ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 184 ਤੇ ਉੱਪਰੋਂ ਤੀਸਰੀ ਪੰਕਤੀ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਦੀ ਬਾਣੀ ਹੈ। ਪੰਚਮ ਪਾਤਸ਼ਾਹ ਫਰਮਾਨ ਕਰਦੇ, ਜਿਸ ਮਨ ਵਸੈ ਤਰੈ ਜਨ ਸੋਏ, ਜਾ ਕੇ ਕਰਮ ਪ੍ਰਾਪਤ ਹੋਏ। ਦੁਖ ਰੋਗ ਕਛ ਭਉ ਨ ਵਿਆਪੈ, ਅੰਮ੍ਰਿਤ ਨਾਮ ਹਿਰਦੈ ਹਰਿ ਜਪੈ। ਜਿਸ ਮਨ ਵਸੈ ਤਰੈ ਜਨ ਸੋਏ, ਜਿਸ ਦੇ ਮਨ ਵਿੱਚ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਨਾਮ ਵਸ ਜਾਂਦਾ, ਉਹ ਪਰਮਾਤਮਾ ਦੇ ਭਜਨ ਬੰਦਗੀ ਕਰਨ ਵਾਲਾ ਜਿਹੜਾ ਜਨ ਹੈ, ਇਸ ਭਵ ਸਾਗਰ ਤੋਂ ਤਰ ਜਾਂਦਾ। ਜਾ ਕੇ ਕਰਮ ਪ੍ਰਾਪਤ ਹੋਏ, ਫਿਰ ਜਿਸ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਕਦੇ ਨਾ ਕਦੇ ਪਰਮਾਤਮਾ ਦੀ ਕਿਰਪਾ ਹੋ ਜਾਏਗੀ, ਬਸ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਦੁਖ ਰੋਗ ਕਛ ਭਉ ਨ ਵਿਆਪੈ, ਅੰਮ੍ਰਿਤ ਨਾਮ ਹਿਰਦੈ ਹਰਿ ਜਪੈ। ਜਿਹੜਾ ਹਿਰਦੇ ਦੇ ਵਿੱਚ ਜਿਹੜਾ ਹਿਰਦੇ ਦੇ ਵਿੱਚ ਹਰੀ ਦੇ ਅੰਮ੍ਰਿਤ ਨਾਮ ਨੂੰ ਜਪਦਾ ਹੈ, ਉਹਨੂੰ ਕੋਈ ਦੁੱਖ, ਕੋਈ ਰੋਗ ਨਹੀਂ ਚੰਬੜਦਾ। ਵਿਆਪੈ ਵਿੱਚ ਚੰਬੜਨਾ, ਲੱਗਣਾ, ਭਉ ਡਰ, ਉਹਨੂੰ ਦੁੱਖ ਰੋਗ ਭਉ ਨਹੀਂ ਲੱਗਦਾ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ। ਪਾਰ ਬ੍ਰਹਮ ਪਰਮੇਸ਼ਰ ਧਿਆਈਐ, ਗੁਰ ਪੂਰੇ ਤੇ ਇਹ ਮਤ ਪਾਈਏ। ਪੂਰੇ ਗੁਰੂ ਤੋਂ ਸਾਨੂੰ ਕੀ ਮਤ ਮਿਲਦੀ ਹੈ ਕਿ ਪਰਮਾਤਮਾ ਜੋ ਪਾਰ ਬ੍ਰਹਮ ਹੈ, ਜੋ ਪਰਮੇਸ਼ਰ ਹੈ, ਉਹਨੂੰ ਧਿਆਉਣਾ ਚਾਹੀਦਾ। ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਪੂਰੇ ਗੁਰੂ ਤੋਂ ਸਾਨੂੰ ਆਹੀ ਮਤ ਮਿਲਦੀ ਹੈ। ਗੁਰੂ ਹਮੇਸ਼ਾ ਕਹੇ ਭਾਈ ਨਾਮ ਜਪੋ, ਨਾਮ ਜਪੋ। ਸੰਤ ਮਹਾਤਮਾ ਇਸ ਸੰਸਾਰ 'ਤੇ ਨਾਮ ਜਪਾਉਣ ਆਏ ਹੁੰਦੇ ਨੇ। ਕੋਈ ਆਪਣੇ ਥਾਂ 'ਤੇ ਬੈਠਾ ਕਹੀ ਜਾਂਦਾ ਭਾਈ ਨਾਮ ਜਪੋ, ਬਾਣੀ ਪੜ੍ਹੋ। ਕੋਈ ਬਈ ਥਾਂ 'ਤੇ ਜਾ ਕੇ ਪ੍ਰਚਾਰ ਕਰਦਾ ਹੈ। ਸੋ ਪੂਰੇ ਗੁਰੂ ਤੋਂ ਇਹੀ ਮਤ ਪ੍ਰਾਪਤ ਹੁੰਦੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਰਹਾਓ। ਹੋਰ ਕੋਈ ਗੱਲ ਨਹੀਂ, ਨਹੀਂ, ਇਹ ਮਨ ਤੇ ਇੱਧਰ ਉੱਧਰ ਜਾਈ ਜਾਣਾ। ਮਨੋਵਿਗਿਆਨ ਕਹਿੰਦੀ ਵੀ ਆਮ ਮਨੁੱਖ ਦਾ ਜਿਹੜਾ ਮਨ ਹੈ, ਉਹ ਸਿਰਫ 17 ਸੈਕਿੰਡ ਲਈ ਟਿਕਦਾ। 17 ਸਕਿੰਟਾਂ ਬਾਅਦ ਇੱਧਰ ਉੱਧਰ ਨੂੰ ਜਾਵਦਾ, ਫਿਰ ਮੁੜ ਆਉਂਦਾ। ਇਸ ਤਰ੍ਹਾਂ ਜਾ ਫਿਰ ਜਿਉਂ ਅਸੀਂ ਲੱਗੇ ਰਹਿੰਦੇ ਹਾਂ, ਸ਼ਰਧਾ ਭਾਵਨਾ ਪੈਦਾ ਹੋ ਜਾਂਦੀ ਹੈ, ਫਿਰ ਮਨ ਹੌਲੀ ਟਿਕਣਾ ਸ਼ੁਰੂ ਹੋ ਜਾਂਦਾ। ਜੇ ਆਪਾਂ ਨੂੰ ਫਿਰ ਜਦੋਂ ਕਿਸੇ ਚੀਜ਼ 'ਚ ਰਸ ਆਉਣ ਲੱਗ ਜਾਏਗਾ, ਇਹ ਮਨ ਫਿਰ ਟਿਕ ਜਾਏਗਾ। ਜਿੰਨਾ ਚਿਰ ਬਾਣੀ 'ਚ ਨਾਮ 'ਚ ਰਸ ਨਹੀਂ ਆਉਂਦਾ, ਇਹ ਮਨ ਨਹੀਂ ਟਿਕਿਆ ਕਰਦਾ। ਉਦਾਹਰਣ ਵੀ ਦਿੰਦੀ ਬਾਣੀ ਵੀ, ਜਿਵੇਂ ਭੌਰਾ ਹੁੰਦਾ, ਉਹ ਫੁੱਲ 'ਤੇ ਆ ਕੇ ਬੈਠਦਾ, ਉਹ ਫੁੱਲ ਨੂੰ ਚੂਸਦਾ ਹੈ। ਜੇ ਤਾਂ ਉਹਨੂੰ ਸਵਾਦ ਲੱਗਾ, ਫਿਰ ਤਾਂ ਉਸਦੇ ਫੁੱਲ 'ਤੇ ਬੈਠਾ ਰਹਿੰਦਾ। ਜੇ ਉਹਨੂੰ ਰਸ ਨਹੀਂ ਆਇਆ, ਫਿਰ ਦੂਜੇ ਫੁੱਲ 'ਤੇ ਜਾ ਕੇ ਬੈਠਦਾ। ਉਹ 'ਚ ਉਹਨੂੰ ਰਸ ਨਹੀਂ ਆਇਆ, ਫਿਰ ਤੀਜੇ 'ਤੇ ਜਾ ਕੇ ਬੈਠਦਾ। ਜਿਸ ਫੁੱਲ ਦੇ ਵਿੱਚ ਉਹਨੂੰ ਰਸ ਆਏਗਾ, ਬਸ ਉਸ ਨੂੰ ਚੂਸੀ ਜਾਏਗਾ, ਚੂਸੀ ਜਾਏਗਾ, ਚੂਸੀ ਜਾਏਗਾ। ਉਹਨੂੰ ਭੁੱਲ ਹੀ ਜਾਂਦਾ ਕਿ ਦਿਨ ਛਿਪ ਗਿਆ ਹੈ, ਫੁੱਲ ਨੇ ਬੰਦ ਹੋ ਜਾਣਾ। ਉਹ ਭਾਵੇਂ ਵਿੱਚ ਹੀ ਫੁੱਲ ਦੇ ਦੱਬਣ ਨਾਲ ਮਰ ਜੇ, ਪਰ ਉਹ ਰਸ ਨਹੀਂ ਛੱਡਦਾ। ਇਸੇ ਤਰ੍ਹਾਂ ਜਦੋਂ ਆਪਾਂ ਨਾਮ ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਜਪੀ ਜਾਂਦੇ, ਇਹਦੇ ਵਿੱਚ ਹੌਲੀ ਹੌਲੀ ਸਾਨੂੰ ਰਸ ਆਉਣ ਲੱਗ ਜਾਂਦਾ। ਫਿਰ ਬੰਦਾ ਜਪਣ ਨਹੀਂ, ਧਿਆਨ ਇੱਧਰ ਉੱਧਰ ਜਾਂਦਾ। ਜਿੰਨਾ ਚਿਰ ਰਸ ਨਹੀਂ ਹੁੰਦਾ, ਉਹਨਾਂ ਚਿਰ ਹੀ ਧਿਆਨ ਇੱਧਰ ਉੱਧਰ ਜਾਂਦਾ ਬੰਦੇ ਦਾ। ਕਰਨ ਕਰਾਵਨ ਹਾਰ ਦਇਆਲ, ਜੀ ਜੰਤ ਸਗਲੇ ਪ੍ਰਤਪਾਲ। ਪਰਮਾਤਮਾ ਦਿਆਲੂ ਹੈ, ਕਰਨ ਕਰਾਵਨ ਹਾਰ। ਉਹ ਕਰ ਵੀ ਸਕਦਾ ਹੈ ਅਤੇ ਜੋ ਚਾਹੇ ਕਿਸੇ ਤੋਂ ਕਰਵਾ ਵੀ ਸਕਦਾ ਹੈ। ਨਾਲ ਹੀ ਉਹ ਦਿਆਲੂ ਵੀ ਹੈ।
ਜੀ ਜੰਤ ਸਗਲੇ ਪ੍ਰਤਿਪਾਲ, ਸਾਰੇ ਜੀਵਾਂ ਜੰਤੂਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਤੁਸੀਂ ਕਹੋ ਬੰਦਿਆਂ ਦੀ ਵੀ ਕਰਦਾ, ਬੰਦਿਆਂ ਉਹਨਾਂ ਦੀ ਕਰਦਾ ਜਿਹੜੇ ਉਹਦਾ ਨਾਮ ਜਪਦੇ ਨੇ। ਜਿਹੜੇ ਨਾਮ ਨਹੀਂ ਜਪਦੇ, ਕਿ ਤੁਸੀਂ ਆਪਣੀ ਪਾਲਣਾ ਪੋਸ਼ਣਾ ਆਪ ਕਰ ਲਓ। ਕਿਉਂਕਿ ਜੀਵ ਜੰਤ ਪਰਮਾਤਮਾ ਨਿਰਭਰ, ਉਹਨਾਂ 'ਚ ਹਉਮੈ ਨਹੀਂ ਹੁੰਦੀ। 84 ਲੱਖ ਜੂਨੀਆਂ 'ਚੋਂ ਸਿਰਫ ਮਨੁੱਖਾ ਜੂਨੇ ਜਿਹਦੇ 'ਚ ਹਉਮੈ ਹੁੰਦੀ ਹੈ। ਇਹ ਹਉਮੈ ਕਰਕੇ ਕਹਿੰਦਾ ਕੋਈ ਰੱਬ ਰੂਪ ਨਹੀਂ ਹੈ। ਇਹ ਹਉਮੈ 'ਚ ਹੀ ਕਹਿੰਦਾ ਕੋਈ ਰੱਬ ਰੂਪ ਨਹੀਂ ਹੈ। ਉਹ ਚੰਗਾ ਕਹਿੰਦਾ ਭਾਈ ਜੀ ਚੰਗਾ ਖਾ ਲੈ, ਮੰਦਾ ਖਾ ਲੈ, ਜਿਹੋ ਜਿਹਾ ਕਮਾ ਲੇਗਾ ਖਾ ਲੈ। ਜਿਹੜਾ ਉਹਦਾ ਨਾਮ ਜਪਦਾ ਉਹਨੂੰ ਫਿਰ ਉਹ ਪਾਲਦਾ ਹੈ। ਕਿ ਜੀਵ ਜੰਤ ਸਗਲੇ ਪ੍ਰਤਪਾਲ, ਉਹ ਸਾਰੇ ਜੀਵ ਜੰਤੂਆਂ ਨੂੰ ਪਾਲਦਾ ਹੈ। ਅਗੰਮ ਅਗੋਚਰ ਸਦਾ ਬੇਅੰਤ, ਸਿਮਰ ਮਨਾ ਪੂਰੇ ਗੁਰਮੰਤ। ਹੈ ਮਨਾ ਪੂਰੇ ਗੁਰੂ ਤੋਂ ਉਪਦੇਸ਼ ਲੈ ਕੇ ਨਾ ਤੂੰ ਸਿਮਰਨ ਕਰ। ਸਿਮਰ ਮਨਾ ਕਿਹਦਾ? ਉਹ ਪਰਮਾਤਮਾ ਜੋ ਅਗੰਮ ਹੈ। ਅਗੰਮ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਅਗਮ ਨਹੀਂ ਪੜ੍ਹਨਾ। 99% ਪਾਠੀ ਕੀਰਤਨੀ ਇਸ ਨੂੰ ਅਗਮ ਪੜ੍ਹਦੇ ਹਨ। ਇਹ ਸ਼ਬਦ ਹੈ ਗਮ, ਗੱਗੇ ਦੀ ਟਿੱਪੀ ਮੰਮਾ ਗਮ। ਗਮ ਹੁੰਦਾ ਪਹੁੰਚਣਾ, ਜਿਹਦੇ ਤੱਕ ਪਹੁੰਚਿਆ ਜਾ ਸਕੇ। ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਪਰਮਾਤਮਾ ਅਗੰਮ ਹੈ। ਗੋਚਰ ਹੁੰਦਾ ਪਕੜ ਵਿੱਚ ਆਉਣ ਵਾਲਾ। ਅਗੋਚਰ ਜਿਹੜਾ ਫੜਿਆ ਨਾ ਜਾ ਸਕੇ। ਬੇਅੰਤ ਜਿਹਦਾ ਕੋਈ ਅੰਤ ਹੀ ਨਹੀਂ ਹੈ। ਪਰਮਾਤਮਾ ਅਗੰਮ ਹੈ, ਅਪਹੁੰਚ ਹੈ, ਅਗੋਚਰ ਹੈ, ਅਪਕੜ ਹੈ ਅਤੇ ਅੰਤ ਰਹਿਤ ਹੈ, ਬੇਅੰਤ ਹੈ। ਇਹੋ ਜਿਹੇ ਪਰਮਾਤਮਾ ਦਾ ਹੈ ਮਨਾ ਪੂਰੇ ਗੁਰੂ ਤੋਂ ਗੁਰਮੰਤਰ ਲੈ ਕੇ ਇਹੋ ਜਿਹੇ ਪਰਮਾਤਮਾ ਦਾ ਸਿਮਰਨ ਕਰ। ਜਾ ਕੀ ਸੇਵਾ ਸਰਬ ਨਿਧਾਨ, ਪ੍ਰਭ ਕੀ ਪੂਜਾ ਪਾਈਐ ਮਾਨ। ਜਿਸ ਪਰਮਾਤਮਾ ਦੀ ਸੇਵਾ ਭਾਵ ਸਿਮਰਨ ਕਰਕੇ ਸਰਬ ਨਿਧਾਨ, ਹਰ ਪ੍ਰਕਾਰ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਪਰਮਾਤਮਾ ਦਾ ਸਿਮਰਨ ਕਰਕੇ। ਪ੍ਰਭ ਕੀ ਪੂਜਾ ਪਾਈਐ ਮਾਨ, ਪਰਮਾਤਮਾ ਦਾ ਸਿਮਰਨ ਕਰਕੇ ਆਦਰ ਮਾਣ ਮਿਲਦਾ ਹੈ। ਲੋਕ ਸਤਿਕਾਰ ਕਰਦੇ ਨੇ। ਭਜਨ ਬੰਦਗੀ ਕਰਨ ਵਾਲੇ ਦਾ ਲੋਕ ਸਤਿਕਾਰ ਕਰਦੇ ਨੇ। ਸਾਡਾ ਹੈਡ ਗ੍ਰੰਥੀ ਜਿਹੜਾ ਹੈ ਗੁਲਜ਼ਾਰ ਸਿੰਘ, ਕਦੇ ਮੈਂ ਇੱਥੇ ਹੀ ਬਾਬਾ ਜੀ ਬੱਚੇ ਢੋਇਆ, ਕਦੇ ਰੇਹੜੀ ਚਲਾਇਆ, ਕਦੇ ਬੱਚੇ ਢੋਣ ਦਾ ਵੀ ਮੈਂ ਕੰਮ ਕੀਤਾ, ਸਬਜ਼ੀ ਵੇਚਣ ਦਾ ਵੀ ਮੈਂ ਕੰਮ ਕੀਤਾ ਹੈ। ਆ ਜਿਹੜੇ ਰੇਤਾ ਬਜਰੀ ਵਾਲੇ ਨੇ ਉਹਨਾਂ ਦੇ ਰੇਹੜੀ ਦੇ ਢੋਣ ਦਾ ਮੈਂ ਕੰਮ ਕੀਤਾ। ਮੈਂ ਬੜੇ ਕੰਮ ਕਰਕੇ ਦੇਖੇ। ਗੁਜ਼ਾਰਾ ਹੀ ਨਹੀਂ ਸੀ ਪਰਿਵਾਰ ਦਾ ਹੁੰਦਾ, ਥੋੜ੍ਹੇ ਜਿਹੇ ਪੈਸੇ ਮਿਲਦੇ ਸੀ। ਇੱਥੇ ਮੈਂ ਆ ਲੱਗਾ। ਹੁਣ ਮੈਨੂੰ ਪੁੱਛਣਗੇ ਰੋਕ ਕੇ, ਗੁਲਜ਼ਾਰ ਸਿੰਘ ਤੂੰ ਇੰਨੇ ਵਧੀਆ ਕੱਪੜੇ ਕਿੱਥੋਂ ਖਰੀਦਦਾ? ਉਹ ਮੇਰੇ ਹਾਲ ਦਿੱਤੇ, ਉਹਨੂੰ ਫਿੱਟ ਆਉਂਦੇ ਪੂਰੇ। ਹੁਣ ਮੈਨੂੰ ਸੰਗਤ ਵਧੀਆ ਤੋਂ ਵਧੀਆ ਕੱਪੜੇ ਦਿੰਦੀ ਆ, ਸਿਲੇ ਸਿਲਾਏ ਉਹਨੂੰ ਮਿਲਦੇ ਨੇ। ਅਤੇ ਕਹਿੰਦੇ ਮੈਨੂੰ ਇੱਕ ਬੀਬੀ ਰੋਕ ਕੇ ਕਹਿੰਦੀ ਵੀ ਗੁਲਜ਼ਾਰ ਇੰਨੇ ਸੋਹਣੇ ਕੱਪੜੇ ਤੂੰ ਕਿੱਥੋਂ ਲੈਣਾ? ਉਹਨੇ ਦੱਸਿਆ ਵੀ ਐਵੇਂ ਭਾਅ ਹੈ। ਕਹਿੰਦਾ ਹੁਣ ਦੇਖੋ ਪਟਿਆਲੇ ਦੇ ਕਿੰਨੇ, ਜਿੰਨੇ ਤੁਹਾਨੂੰ ਜਾਣਦੇ ਨਾ ਲੋਕ, ਉਹਨੇ ਕਹਿੰਦਾ ਮੈਨੂੰ ਜਾਣਦੇ ਨੇ। ਉਹਨੇ ਹੀ ਮੈਨੂੰ ਜਾਣਦੇ ਨੇ। ਇਸ ਲਈ ਕਹਿੰਦਾ ਬਾਬਾ ਜੀ ਅੱਧੇ ਪਟਿਆਲੇ 'ਚ ਮੇਰੀ ਹੋ ਗਈ ਆ। ਕਿਉਂ ਕਦੇ ਸਹਿਜ ਪਾਠ ਕਰਨ ਜਾ ਰਿਹਾ, ਕਦੇ ਅਰਦਾਸ ਕਰਨ ਜਾ ਰਿਹਾ, ਕਦੇ ਕੁਛ ਹੈ ਕੁਛ ਦੇ। ਇੱਥੇ ਪਾਠ ਜਿਨ੍ਹਾਂ ਦੇ ਹੋ ਰਹੇ ਨੇ ਉਹ ਵੀ ਸਾਰੇ ਜਾਣੂ ਹੋ ਗਏ ਨੇ। ਕਦੇ ਵਧੀਆ ਖਾਣ ਪੀਣ ਪਹਿਨਣ ਨੂੰ ਮਿਲ ਰਿਹਾ, ਜ਼ਿੰਦਗੀ ਹੀ ਬਦਲ ਗਈ ਹੈ। ਕਿਤੇ ਕਦੇ ਪਸੀਨੋ ਪਸੀਨੀ ਹੋਏ ਰਹਿਣਾ, ਹੁਣ ਇੱਥੇ ਆਰਾਮ ਨਾਲ ਰਹੀਦਾ, ਮੌਜ ਨਾਲ। ਕਹਿੰਦਾ ਮੈਨੂੰ ਲੋਕਾਂ ਨੂੰ ਦਿਸਦਾ ਤਾਂ ਵਿਹਲੇ ਹੀ ਫਿਰੀ ਜਾਂਦਾ। ਕਹਿੰਦੇ ਕਮਾਲ ਯਾਰ, ਤੂੰ ਕੰਮ ਨਹੀਂ ਕਰਦਾ, ਧੰਦਾ ਨਹੀਂ ਕਰਦਾ। ਉਹਨਾਂ ਨੂੰ ਕੀ ਪਤਾ ਵੀ ਮੈਂ ਕਿਤੇ ਅਰਦਾਸ ਕਰਨ ਜਾ ਰਿਹਾ, ਕਿਤੇ ਪਾਠ ਕਰਨ ਜਾ ਰਿਹਾ, ਫਿਰ ਤੁਰ ਰਿਹਾ। ਹਾਂ ਸਤਿਕਾਰ ਹੈ। ਹਾਂ ਬਿਲਕੁਲ। ਤਾਂ ਆਹੀ ਮੈਂ ਦੱਸਣਾ ਸੀ ਨਾ ਵੀ ਜਿਹੜਾ ਭਜਨ ਬੰਦਗੀ ਕਰਦਾ ਉਹਦਾ ਸਤਿਕਾਰ ਹੁੰਦਾ ਹੈ। ਤਾਂ ਉਹਨਾਂ ਨੇ ਲਿਖਿਆ ਪ੍ਰਭ ਕੀ ਪੂਜਾ ਪਾਈਐ ਮਾਨ,
ਪਰਮਾਤਮਾ ਦੀ ਪੂਜਾ ਕਰਕੇ, ਉਹਦਾ ਸਿਮਰਨ ਕਰਕੇ ਆਦਰ ਮਾਣ ਮਿਲਦਾ ਹੈ। ਜਾ ਕੀ ਟਹਿਲਣਾ ਬਿਰਥੀ ਜਾਏ, ਬਿਰਥ ਹੁੰਦਾ ਵਿਰਥ, ਪਰਮਾਤਮਾ ਦੀ ਕੀਤੀ ਹੋਈ ਸੇਵਾ, ਪਰ ਪਰਮਾਤਮਾ ਦਾ ਕੀਤਾ ਹੋਇਆ ਸਿਮਰਨ ਵਿਅਰਥ ਨਹੀਂ ਜਾਂਦਾ। ਮੈਂ ਦੇਖਿਆ ਸੰਸਾਰਿਕ ਮਿਹਨਤ ਕਈ ਵਾਰੀ ਵਿਅਰਥ ਚਲੀ ਜਾਂਦੀ ਹੈ। ਕਈ ਵਾਰੀ ਕੀ ਹੁੰਦਾ ਹੈ, ਬੱਚਾ ਬਹੁਤ ਹੁਸ਼ਿਆਰ ਹੈ, 11 ਮਹੀਨੇ ਪੜ੍ਹਿਆ, 12ਵੇਂ ਮਹੀਨੇ ਜਗਦਾ ਇਮਤਿਹਾਨ ਹੋਣਾ ਸੀ, ਇਮਤਿਹਾਨਾਂ ਜਾਂ ਤਾਂ ਉਹ ਬਿਮਾਰ ਹੋ ਗਿਆ ਜਾਂ ਕੋਈ ਸੱਟ ਫੇਟ ਵੱਜੀ, ਉਹ 11 ਮਹੀਨੇ ਦੀ ਮਿਹਨਤ ਐਵੇਂ ਗਈ, ਪੇਪਰ ਦੇ ਨਹੀਂ ਸਕਿਆ, ਗਈ। ਪਰ ਜੇ ਧਰਮਬੰਦੀ ਤੁਸੀਂ ਜਿਹੜੇ 11 ਮਹੀਨੇ ਲਾਓਗੇ ਨਾ, ਉਹ ਵਿਅਰਥ ਨਹੀਂ ਜਾਣਗੇ, ਉਹ ਵਿਅਰਥ ਨਹੀਂ ਜਾਣਗੇ। ਸੰਸਾਰਿਕ ਮਿਹਨਤ ਮੈਂ ਦੇਖਿਆ ਕਈ ਵਾਰ ਵਿਅਰਥ ਚਲੀ ਜਾਂਦੀ ਹੈ, ਪਰ ਪਰਮਾਤਮਾ ਪ੍ਰਤੀ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ। ਜਾ ਕੇ ਟਹਿਲਣਾ ਬਿਰਥੀ ਜਾਏ, ਪਰਮਾਤਮਾ ਦੀ ਕੀਤੀ ਸੇਵਾ, ਪਰਮਾਤਮਾ ਨੇ ਕੀਤਾ ਸਿਮਰਨ ਵਿਅਰਥ ਨਹੀਂ ਜਾਂਦਾ। ਸਦਾ ਸਦਾ ਹਰ ਕੇ ਗੁਣ ਗਾਏ, ਫਿਰ ਇਹੋ ਜਿਹਾ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸੁਖ ਨਿਦਾਨ ਹਰ ਅਲਖ ਸੁਆਮੀ। ਇਹਨੂੰ ਅਲਖ ਨਹੀਂ ਪੜ੍ਹਨਾ ਹੈਗਾ, ਲੱਖ ਹੁੰਦਾ ਦੇਖਣਾ, ਅਲਖ ਜਿਹੜਾ ਦਿਖਾਈ ਨਾ ਦੇਵੇ। ਪਰਮਾਤਮਾ ਦਿਸਦਾ ਨਹੀਂ ਹੈ, ਅਲਖ ਹੈ। ਕਰ ਕਿਰਪਾ ਪ੍ਰਭ ਅੰਤਰਜਾਮੀ, ਹੇ ਅੰਤਰਜਾਮੀ ਪਰਮਾਤਮਾ, ਅੰਤਰਜਾਮੀ ਜਿਹੜਾ ਸਾਡੇ ਮਨ ਦੀ ਜਾਣਦਾ ਹੈ, ਤਾਂ ਕਿ ਬਿਨ ਬੋਲਿਆ ਸਭ ਕੁਛ ਜਾਣਦਾ, ਬੋਲਣ ਦੀ ਲੋੜ ਹੀ ਨਹੀਂ। ਤੁਸੀਂ ਮਨ 'ਚ ਜੋ ਸੋਚ ਰਹੇ ਹੋ ਉਹ ਪਰਮਾਤਮਾ ਨੂੰ ਪਤਾ ਵੀ ਕੀ ਸੋਚ ਰਿਹਾ ਹੈ। ਪਰ ਜਿਹੜੀ ਸੰਗਤੀ ਅਰਦਾਸ ਹੈ ਉਹ ਬੋਲ ਕੇ ਕੀਤੀ ਜਾਂਦੀ ਹੈ, ਜਿਹੜੀ ਪਰਸਨਲ ਅਰਦਾਸ ਹੈ ਉਹ ਤੁਸੀਂ ਖਲੋ ਕੇ ਮੰਗ ਹੀ ਰਹੇ ਹੁੰਦੇ ਹੋ, ਉੱਥੇ ਬੋਲਣ ਦੀ ਲੋੜ ਨਹੀਂ। ਤੁਸੀਂ ਇਹ ਸਪੋਜ਼ ਕਰਦੇ ਹੋ ਨਾ ਕਿ ਜੋ ਤੁਸੀਂ ਮਨ 'ਚ ਮੰਗ ਰਹੇ ਹੋ ਗੁਰੂ ਮਹਾਰਾਜ ਸੁਣ ਰਿਹਾ ਹੈ, ਇਹੀ ਸਪੋਜ਼ ਕਰਦੇ ਨਾ ਆਪਾਂ। ਜੇ ਕਈ ਪਤਾ ਨਹੀਂ ਸੁਣ ਰਹੇ ਨੇ ਕਿ ਨਹੀਂ ਸੁਣ ਰਹੇ, ਫਿਰ ਤਾਂ ਗੱਲ ਹੀ ਨਹੀਂ ਬਣਨੀ, ਫਿਰ ਨਹੀਂ ਗੱਲ ਬਣਨੀ। ਇਹ ਵੀ ਨਹੀਂ ਸੋਚ ਰਿਹਾ ਗੁਰੂ ਬੋਲਾ ਹੈ, ਉੱਚੀ ਉੱਚੀ ਬੋਲੇ, ਸਪੀਕਰ ਲਾ ਕੇ ਪਤਾ ਨਹੀਂ ਤਾਂ ਸੁਣੂਗਾ, ਨਹੀਂ। ਉਹ ਤਾਂ ਵੈਸੇ ਹੀ ਜੋ ਤੁਸੀਂ ਕੁਛ ਮੰਗ ਰਹੇ ਹੋ ਮਨ 'ਚ, ਉਹ ਸੁਣ ਹੀ ਰਹੇ ਨੇ। ਹਾਂ, ਉਹ ਤੁਹਾਡੀ ਮੰਗ ਅੱਜ ਪੂਰੀ ਹੁੰਦੀ ਹੈ, ਸਾਲ ਨੂੰ ਹੁੰਦੀ ਹੈ, ਅਗਲੇ ਜਨਮ 'ਚ ਹੁੰਦੀ ਹੈ, ਉਦੋਂ ਅਗਲੇ ਜਨਮ 'ਚ ਹੁੰਦੀ ਹੈ। ਇਹ ਯਾਦ ਰੱਖਣਾ ਕਿ ਜੋ ਤੁਸੀਂ ਮੰਗ ਰਹੇ ਹੋ ਇਹ ਤੁਹਾਨੂੰ ਮਿਲਣਾ ਹੀ ਮਿਲਣਾ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਭਗਤ ਨੂੰ, ਸੰਤ ਮਹਾਤਮਾ ਨੂੰ ਉਸੇ ਵੇਲੇ ਦਿੰਦਾ, ਸਾਡੇ ਵਰਗਿਆਂ ਜਿਹੜਾ ਦੇਰ ਨਾਲ ਦਿੰਦਾ, ਮਿਲਦਾ ਜ਼ਰੂਰ ਹੈ। ਇਸ ਲਈ ਬੜਾ ਸੋਚ ਕੇ ਮੰਗਣਾ ਚਾਹੀਦਾ ਕਿ ਜੋ ਮੈਂ ਮੰਗ ਰਿਹਾ ਕਿਤੇ ਇਹਦੇ ਨਾਲ ਮੇਰੇ ਬਾਅਦ 'ਚ ਨੁਕਸਾਨ ਹੀ ਨਾ ਹੋ ਜਾਏ। ਬੜਾ ਸੋਚ ਕੇ ਮੰਗਣਾ ਚਾਹੀਦਾ, ਕਿਉਂਕਿ ਜੋ ਮੰਗ ਰਹੇ ਉਹ ਪੂਰਾ ਹੋ ਜਾਣਾ ਹੈ। ਕਿਉਂਕਿ ਨਹੀਂ ਤਾਂ ਫਿਰ ਬਾਣੀ ਹੀ ਗਲਤ ਹੋ ਜਾਏਗੀ। ਕਈਆਂ ਨੂੰ ਹੁੰਦਾ ਜੀ ਮਿਲਦਾ ਤਾਂ ਹੈ ਨਹੀਂ, ਬੜੀ ਦੇਰ ਹੋ ਗਈ ਮੰਗਦਿਆਂ ਹੋਏ, ਮੈਂ ਇੱਥੇ ਮੈਂ ਇਤਨੀ ਗਰੰਟੀ ਲਿਖੀ ਕਿਤੇ ਵੀ ਹਾਂਜੀ ਹੁਣੇ ਤੁਹਾਨੂੰ ਮਿਲ ਜੂ। ਮੈਂ ਬਾਣੀ 'ਚ ਲਿਆ, ਬਾਣੀ 'ਚ ਇੰਨਾ ਜ਼ਰੂਰ ਲਿਖਿਆ ਹੈ ਕਿ ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਉਹਨੂੰ ਨਾਲ ਦੀ ਨਾਲ ਮਿਲ ਜਾਂਦਾ। ਉਹ ਤਾਂ ਮੁੱਖ 'ਤੇ ਜੋ ਬੋਲਦਾ ਲੋਕ ਪਰਲੋਕ 'ਚ ਸੱਚ ਹੋ ਜਾਂਦਾ। ਹੋਰ ਤਾਂ ਗੱਲ ਛੱਡੋ, ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੇ। ਉਹ ਤਾਂ ਜੇ ਮੁੱਖ ਤੋਂ ਬੋਲ ਦਿੰਦਾ ਲੋਕ ਪਰਲੋਕ 'ਚ ਸੱਚ ਹੋ ਜਾਂਦਾ। ਇਸ ਲਈ ਕੁਦਰਤੀ ਗੱਲ ਹੈ। ਹੁਣ 4 ਤੋਂ 5 ਟਾਈਮ ਹੈ, ਟੂ ਬੀ ਵੈਰੀ ਫਰੈਂਕ ਅਰਦਾਸ ਦਾ। ਹੁਣ ਕੋਈ ਬਹੁਤ ਪਿਆਰਾ ਸਤਸੰਗੀ ਆ ਗਿਆ, ਉਹਦੇ ਲਈ ਕੋਈ ਟਾਈਮ ਨਹੀਂ ਹੁੰਦਾ। ਰਿਸ਼ਤੇਦਾਰ ਆ ਗਿਆ, ਉਹਦੇ ਲਈ ਕੀ ਟਾਈਮ ਹੈ। ਹੁਣ ਭਰਾ ਜੇ ਤੇ ਮੈਨੂੰ ਕਰਨਾ 4 ਤੋਂ 5 ਆਈ ਕੱਲ੍ਹ ਨੂੰ, ਕੀ ਇਸ ਤਰ੍ਹਾਂ ਸੰਭਵ ਹੈ ਕਹਿਣਾ? ਐਂ ਕੁਝ ਪਰਮਾਤਮਾ ਦੇ ਪਿਆਰੇ ਹੁੰਦੇ ਨੇ, ਉਹਨੂੰ ਪਰਮਾਤਮਾ ਉਹਨਾਂ ਦੀ ਇੱਛਾ ਉਸੇ ਵੇਲੇ ਪੂਰੀ ਕਰ ਦਿੰਦਾ। ਮੈਂ ਤਾਂ ਇਹ ਤੁਹਾਨੂੰ ਉਦਾਹਰਨ ਦਿੱਤੀ ਹੈ। ਆਮ ਪਬਲਿਕ ਹੁੰਦੇ ਭਾਈ 4 ਤੋਂ 5 ਆਇਓ। ਹੁਣ ਆਪਣਾ ਕੋਈ ਆ ਗਿਆ, ਉਹਨੂੰ ਮੈਂ ਥੋੜ੍ਹਾ ਕਵੇਂ ਕੱਲ੍ਹ ਨੂੰ 4 ਤੋਂ 5 ਆਈ, ਬੈਠੋ ਜੀ। ਜਾਂ ਕਈ ਵਾਰੀ ਨਾ ਐਮਰਜੈਂਸੀ ਵਾਲਾ ਆ ਜਾਂਦਾ। ਹੁਣ ਇੱਕ ਆਇਆ ਸੀ 7 ਵਜੇ, ਮੈਂ ਹੇਠਾਂ ਉਤਰਿਆ ਵੀ ਜਿਹੜਾ ਸਾਡਾ ਲੜਕਾ ਹੈ ਉਹਦਾ ਐਕਸੀਡੈਂਟ ਹੋ ਗਿਆ, ਸਿਰ 'ਚ ਸੱਟ ਵੱਜੀ, ਅਮਰ ਹਸਪਤਾਲ ਦਾਖਲ ਹੈ, ਵੀ ਕਿਰਪਾ ਕਰ ਅਰਦਾਸ ਕਰ ਦਿਓ।
ਜਿਹੜੇ ਐਮਰਜੈਂਸੀ ਵਾਲੇ ਹੁੰਦੇ ਨੇ, ਆਖਰ ਆਪਾਂ ਹੈ ਤਾਂ ਬੰਦੇ, ਆਪਾਂ ਕੋਈ ਪੱਥਰ ਦਿਲ ਤਾਂ ਨਹੀਂ ਹੈਗੇ ਵੀ ਚੱਲ ਕੱਲ੍ਹ ਨੂੰ 4 ਤੋਂ 5 ਆਈ। ਹਾਲਾਂਕਿ ਯਾਰ ਕਮਾਲ ਦੀ ਬਾਤ, ਸਾਡਾ ਬੰਦਾ ਜਿਹੜਾ ਹੈ ਹਸਪਤਾਲ ਪਿਆ ਬੇਹੋਸ਼, ਅਤੇ ਕਹਿੰਦੇ ਕੱਲ੍ਹ ਨੂੰ ਆਈ, ਵੀ ਇਹਦੇ 'ਚ ਕੋਈ ਤਰਸ ਭਾਵਨਾ ਨਹੀਂ ਹੈ। ਇਸੇ ਤਰ੍ਹਾਂ ਜੇ ਮੈਂ ਤਾਂ ਇਹ ਉਦਾਹਰਨ ਦਿੱਤੀ ਹੈ ਕਿ ਪਰਮਾਤਮਾ ਵੀ ਵੇਖਦਾ ਕਿਦਾ ਹੁਣੇ ਕੰਮ ਕਰਨ ਵਾਲਾ ਹੈ, ਉਹਦਾ ਹੁਣੇ ਕਰ ਦਿੰਦਾ, ਦੂਜੇ ਨੂੰ ਕਹਿੰਦੇ ਕੋਈ ਨਹੀਂ ਹੋ ਜਾਏਗਾ, ਲੱਗੇ ਰਹੋ। ਗੱਲ ਸਮਝਾ ਗਈ ਨਾ? ਅਲੱਗ ਕਹਿੰਦੇ ਮੈਂ ਇੰਨੀ ਵਾਰੀ ਮੰਗਿਆ, ਮੇਰੇ ਤਾਂ ਹੋਣੇ ਫਲਾਣੇ ਦਾ ਕੰਮ ਤਾਂ ਤੁਰੰਤ ਹੋ ਗਿਆ। ਕੁਝ ਰੱਬ ਦੇ ਪਿਆਰੇ ਹੁੰਦੇ ਨੇ, ਉਹਨੂੰ ਰੱਬ ਨਾ ਨਹੀਂ ਕਰ ਸਕਦਾ। ਕਹਿੰਦੇ ਨੇ ਜੀ ਕਰ ਕਿਰਪਾ ਪ੍ਰਭ ਅੰਤਰ ਜਾਮੀ, ਸੁਖ ਨਿਦਾਨ ਹਰ ਅਲਖ ਸੁਆਮੀ। ਉਹ ਪਰਮਾਤਮਾ ਜੋ ਅਲਖ ਹੈ, ਜੋ ਅਦ੍ਰਿਸ਼ਟ ਹੈ, ਜੋ ਦਿਸਦਾ ਨਹੀਂ ਹੈ, ਸੁਆਮੀ ਹੈ, ਜੋ ਸਭ ਦਾ ਮਾਲਕ ਹੈ। ਸੁਖ ਨਿਦਾਨ, ਉਹ ਸੁੱਖਾਂ ਦਾ ਖਜ਼ਾਨਾ ਹੈ, ਉਹਦੇ ਕੋਲ ਦੁੱਖ ਨਹੀਂ ਹੈ, ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ, ਉਹਦੇ ਕੋਲ ਤਾਂ ਹੈ ਨਹੀਂ ਸੁੱਖ। ਕਈ ਵਾਰੀ ਮੈਂ ਦੇਖੇ ਛੋਟੇ ਹੁੰਦਿਆਂ ਕਿਸੇ ਨੂੰ ਬੜਾ ਦੁੱਖ, ਰੱਬ ਪਤਾ ਨਹੀਂ ਕਿਹੜੇ ਜਨਮ ਦੇ ਬਦਲੇ ਲੈ ਰਿਹਾ ਹੈ। ਮੈਂ ਜੇ ਰੱਬ ਬਦਲੇ ਲਏਗਾ ਫਿਰ ਸਾਡੇ ਵਰਗੇ ਹੀ ਹੋਇਆ, ਫਿਰ ਸਾਡੇ ਤੇ ਰੱਬ 'ਚ ਕੀ ਫਰਕ ਹੋਇਆ ਜੇ ਉਹਨੇ ਬਦਲੇ ਹੀ ਲੈਣੇ ਨੇ। ਕਿ ਮੈਂ ਛੋਟੇ ਛੋਟੇ ਸੁਣਦਾ, ਉਦੋਂ ਧਰਮ ਦਾ ਗਿਆਨ ਨਹੀਂ ਸੀ। ਜਦੋਂ ਫਿਰ ਗਿਆਨ ਹੋ ਗਿਆ, ਫਿਰ ਪਤਾ ਰੱਬ ਨਹੀਂ ਬਦਲੇ ਲੈਂਦਾ, ਇਹ ਤਾਂ ਸਾਡੇ ਕਰਮ ਕੀਤੇ ਹੋਏ ਨੇ, ਉਹ ਭੋਗਣੇ ਪੈਂਦੇ ਨੇ ਸਾਨੂੰ। ਰੱਬ ਤਾਂ ਬਖਸ਼ਿੰਦ ਹੈ, ਉਹਦੇ ਬਦਲੇ ਲੈਂਦਾ ਹੀ ਨਹੀਂ ਹੈਗਾ। ਸੋ ਇਸ ਲਈ ਉਹ ਤਾਂ ਸੁੱਖ ਨਿਦਾਨ ਹੈ। ਜਿਵੇਂ ਪਹਾੜ ਹੈ, ਉਹਦਾ ਕੰਮ ਹੈ ਠੰਡਕ ਦੇਣਾ। ਤੁਸੀਂ ਪਹਾੜ ਦੇ ਨੇੜੇ ਨੇੜੇ ਜਾਈ ਜਾਓ, ਤੁਹਾਨੂੰ ਆਪਣੇ ਆਪ ਹੀ ਠੰਡ ਮਹਿਸੂਸ ਹੋਣ ਲੱਗ ਜਾਏਗੀ। ਉੱਪਰ ਜਾ ਕੇ ਤਾਂ ਲੱਗੇਗੀ ਲੱਗੇਗੀ, ਨੇੜੇ ਜਾ ਕੇ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਰਮਾਤਮਾ ਦੇ ਜਿਉਂ ਜਿਉਂ ਅਸੀਂ ਨੇੜੇ ਜਾਵਾਂਗੇ, ਉਹ ਹੈਗਾ ਸੁੱਖਾਂ ਦਾ ਖਜ਼ਾਨਾ, ਸਾਨੂੰ ਸੁੱਖ ਮਿਲਣੇ ਸ਼ੁਰੂ ਹੋ ਜਾਣਗੇ। ਹੋਰ ਨੇੜੇ ਜਾਵਾਂਗੇ, ਜ਼ਿਆਦਾ ਸੁੱਖ ਉਹਦੇ ਕੋਲ ਪਹੁੰਚ ਜਾਵਾਂਗੇ, ਫਿਰ ਤਾਂ ਉਹਦਾ ਖਜ਼ਾਨਾ ਸਾਡੇ ਖਜ਼ਾਨਾ ਹੋ ਜਾਏਗਾ। ਫਿਰ ਕਿਆ, ਜਿਉਂ ਜਿਉਂ ਅਸੀਂ ਦੇ ਨੇੜੇ ਜਾਈਏ, ਸਾਨੂੰ ਸੁੱਖ ਮਿਲਣੇ ਸ਼ੁਰੂ ਹੋ ਜਾਣਗੇ। ਜਿਵੇਂ ਪਹਾੜ ਦੇ ਜਿਉਂ ਜਿਉਂ ਨੇੜੇ ਜਾਓਗੇ, ਠੰਡ ਵੱਧਦੀ ਜਾਏਗੀ। ਜਿਉਂ ਜਿਉਂ ਪਹਾੜ ਤੋਂ ਦੂਰ ਹੁੰਦੇ ਜਾਓਗੇ, ਗਰਮੀ ਵੱਧਦੀ ਜਾਏਗਾ। ਆਪ ਜੀ ਪੜ੍ਹੇ ਹੋਏ ਵੀ ਹੋ ਅਤੇ ਵੈਸੇ ਵੀ ਪਤਾ ਆਪਾਂ ਨੂੰ। ਜਿਉਂ ਜਿਉਂ ਅਸੀਂ ਰੱਬ ਤੋਂ ਦੂਰ ਹੋਈ ਜਾਵਾਂਗੇ, ਦੁੱਖ ਵੱਧਦੇ ਜਾਣਗੇ। ਜਿਉਂ ਜਿਉਂ ਰੱਬ ਤੋਂ ਦੂਰ ਹੋਈ ਜਾਣਗੇ, ਦੁੱਖ ਵੱਧਦੇ ਜਾਣਗੇ। ਜਿਉਂ ਜਿਉਂ ਉਹਦੇ ਨੇੜੇ ਦੁੱਖ ਘਟਦੇ ਜਾਣਗੇ, ਸੁੱਖ ਵੱਧਦੇ ਜਾਣਗੇ। ਇਸ ਲਈ ਲੋਕ ਭਜਨ ਬੰਦਗੀ ਕਰਦੇ ਨੇ। ਜੀ ਜੰਤ ਤੇਰੀ ਸ਼ਰਨਾਈ, ਨਾਨਕ ਨਾਮ ਮਿਲੈ ਵਡਿਆਈ। ਜਿਹੜੇ ਜੀਵ ਜੰਤ ਤੇਰੀ ਸ਼ਰਨ 'ਚ ਆ ਜਾਂਦੇ ਨੇ, ਫਿਰ ਉਹ ਨਾਮ ਜਪਦੇ ਨੇ, ਫਿਰ ਨਾਮ ਕਰਨ ਉਹਨਾਂ ਨੂੰ ਵਡਿਆਈ ਮਿਲਦੀ ਹੈ। ਪਰਮਾਤਮਾ ਦਾ ਜਿਹੜਾ ਮੇਰਾ ਨਾਮ ਜਪਦਾ ਨਾ, ਮੈਂ ਉਹਦੀ ਵਡਿਆਈ ਕਰਦਾ ਸੰਸਾਰ 'ਚ। ਮੈਂ ਦੇਖਿਆ ਪਰਮਾਤਮਾ ਇਸ ਗੱਲੋਂ ਬੜਾ ਵਧੀਆ ਵੀ ਨਹੀਂ ਬਸ ਤੁਸੀਂ ਮੇਰਾ ਨਾਮ ਜਪੀ ਜਾਓ ਨਾ, ਕਹਿੰਦੇ ਤੁਸੀਂ ਮੇਰਾ ਨਾਮ ਜਪੋ, ਉਹਦੇ ਬਦਲੇ ਮੈਂ ਤੈਨੂੰ ਆਹ ਦੇਵਾਂਗਾ। ਤੁਸੀਂ ਮੇਰਾ ਨਾਮ ਜਪੋ, ਉਹਦੇ ਬਦਲੇ ਮੈਂ ਤੈਨੂੰ ਆਹ ਦੇਵਾਂਗਾ। ਤੁਸੀਂ ਮੇਰਾ ਨਾਮ ਜਪੋ, ਉਹਦੇ ਬਦਲੇ ਮੈਂ ਤੈਨੂੰ ਆਹ ਦੇਵਾਂਗਾ। ਬਾਣੀ ਪੜ੍ਹਿਆ ਕਰੋ, ਕੀ ਕੁਛ ਮਿਲਦਾ। ਬਹੁਤਾ ਦੂਰ ਨਹੀਂ ਜਾਣਾ। ਸੁੱਖ ਨਹੀਂ ਸਕਦੀ, ਪਹਿਲੇ 2 ਅਸ਼ਟਪਦੀ ਪੜ੍ਹ ਕੇ ਵੇਖ ਲਓ। ਉਹ ਕਹਿੰਦਾ ਮੇਰਾ ਨਾਮ ਜਪੋ, ਤੈਨੂੰ 72 ਸੁੱਖ ਮਿਲਣ। 72 ਕਿਸਮ ਸੁੱਖ ਨਹੀਂ ਸਕਦੀ। ਪਹਿਲੀਆਂ 2 ਅਸ਼ਟਪਦੀਆਂ ਸਿਮਰਨ ਦੇ 72 ਲਾਭ ਲਿਖੇ ਹੋਏ ਨੇ, ਇੱਕ ਦਾ ਵੀ ਨਹੀਂ। ਸਿਮਰਨ ਕਹਿੰਦਾ ਉਹਦੀ ਵਡਿਆਈ ਹੋਈ ਹੈ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਾਬਾ ਜੀ ਬਾਬਾ ਜੀ ਬਾਬਾ ਜੀ, ਫਿਰ ਵਡਿਆਈ ਹੋਈ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਈ ਤੁਸੀਂ ਮੇਰੀ ਵਡਿਆਈ ਕਰੀ ਚਲੋ, ਦੇਖਿਓ ਅਰਥਾਂ ਸਮੇਤ ਨਾ, ਧਿਆਨ ਨਾਲ ਪਾਠ ਨਹੀਂ ਕਰਨਾ। 2 ਅਸ਼ਟਪਦੀਆਂ ਦੀ ਇੱਕ ਇੱਕ ਲਾਈਨ ਪੜ੍ਹੀ ਵੀ ਕੀ ਕਹਿੰਦੀ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੀ ਸੁਝੈ। ਉਹ ਤ੍ਰੈ ਲੋਕਾਂ ਦਾ ਗਿਆਨ ਹੋ ਜਾਂਦਾ ਸਿਮਰਨ ਕਰ ਕਰਕੇ। ਪਾਸਟ ਪ੍ਰੈਜ਼ੈਂਟ ਫਿਊਚਰ ਦਾ ਗਿਆਨ ਹੋ ਜਾਂਦਾ ਬੰਦੇ ਨੂੰ। ਸਿਮਰਨ 'ਚ ਇੰਨੀ ਤਾਕਤ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪਤਾ ਕਿੰਨਾ ਕੁਝ ਲਿਖਿਆ ਹੋਇਆ ਹੈ। ਅਸੀਂ ਥੋੜ੍ਹੇ ਲਾਪਰਵਾਹੀ ਨਾਲ ਨਿਬੇੜ ਦਿੰਦੇ ਹਾਂ ਕੰਮ। ਇੱਕ ਇੱਕ ਲਾਈਨ 'ਤੇ ਧਿਆਨ ਨਹੀਂ ਦਿੰਦੇ। ਜੇ ਕਦੇ ਧਿਆਨ ਦੇ ਸਾਡੇ ਦਿਮਾਗ 'ਚ ਹੁਣ ਤੱਕ ਬਹਿ ਜਾਂਦੀ ਗੱਲ ਵੀ ਸਿਮਰਨ ਦੇ ਇੰਨੇ ਲਾਭ,
ਮੈਂ ਐਵੇਂ ਹੀ ਭਟਕੀ ਜਾਂਦਾ, ਰਸਤੇ 'ਚ ਭਟਕੀ ਜਾ ਰਹੀ ਹਾਂ। ਲੱਗ ਜਾ ਸਿਮਰਨ ਕਰ, ਹੌਲੀ 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 ਸਭ ਠੀਕ ਹੁੰਦਾ ਜਾਏਗਾ। ਤਾਂ ਕਹਿੰਦੇ ਨਾਨਕ ਨਾਮ ਮਿਲੇ ਵਡਿਆਈ। ਪਰਮਾਤਮਾ ਦਾ ਨਾਮ ਫਿਰ ਜੀਵ ਨੂੰ ਵਡਿਆਈ ਬਖਸ਼ਦਾ ਹੈ। ਦੇਖੋ ਕਹਿੰਦੇ ਕਬੀਰ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹੇ ਕਬੀਰ, ਜੇ ਤੂੰ ਮੇਰਾ ਬਣ ਕੇ ਰਹਿਣਾ ਸਾਰਾ ਸੰਸਾਰ ਹੀ ਤੇਰਾ ਕਰ ਦੂੰ। ਦੱਸ, ਬਾਣੀ ਨਹੀਂ ਉਹਦਾ ਹੁੰਦਾ। 5-10 ਮਿੰਟ ਰੋ ਧੋ ਕੇ ਸਿਮਰਨ ਕਰਦਿਆਂ ਫਿਰ ਕਦੇ ਧਿਆਨ ਕਿਤੇ ਕਦੇ ਕਿਤੇ। ਜਦ ਮੇਰੀ ਕੋਈ ਗੱਲ ਯਾਦ ਆ ਨਹੀਂ ਹੋਣੀ ਹੈ, ਚੱਲ ਥੋੜਾ ਕਾਇਮ ਹੋ ਗਏ, ਉਹ 5 ਮਿੰਟ ਭੁੱਲ ਗਈ ਜੈਸੇ ਥੇ ਥੇ। ਇਹ ਰੋਜ਼ ਰੋਜ਼ ਇਸ ਲਈ ਕਹਿਣਾ ਪੈਂਦਾ ਹੈ ਵੀ ਚਲੋ ਹੌਲੀ ਹੌਲੀ। ਮੇਰੇ ਵੀ ਇੱਕੋ ਦਿਨ ਦਿਮਾਗ 'ਚ ਨਹੀਂ ਨਾ ਸਾਰੇ ਗੱਲਾਂ ਬਹਿ ਗਈਆਂ। ਕਿੰਨੇ ਸਾਲ ਮੈਂ ਲੱਗਾ ਰਿਹਾ, ਫਿਰ ਹੌਲੀ ਦਿਮਾਗ 'ਚ ਇਹ ਗੱਲਾਂ ਬਹਿ ਗਈਆਂ ਵੀ ਧੱਕੇ ਤੋੜੇ ਖਾਣ ਦੀ ਕੀ ਲੋੜ ਹੈ। ਪਿਓ ਦਾਦੇ ਕਾ ਫੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਪੰਚਮ ਪਾਤਸ਼ਾਹ ਨੇ ਜਦੋਂ ਲਿਖਣਾ ਸੀ ਗੁਰੂ ਗ੍ਰੰਥ ਸਾਹਿਬ, ਸਾਰੀਆਂ ਪੋਥੀਆਂ ਪੜ੍ਹੀਆਂ। ਕਹਿੰਦੇ ਜਦ ਫੋਲ ਕੇ ਦੇਖੀਆਂ, ਬੱਲੇ ਬੱਲੇ, ਪਿਓ ਦਾਦੇ ਦਾ ਜਦ ਮੈਂ ਖਜ਼ਾਨਾ ਫੋਲ ਕੇ ਵੇਖਿਆ, ਕਹਿੰਦਾ ਮੈਨੂੰ ਤਾਂ ਖਜ਼ਾਨੇ ਖਜ਼ਾਨੇ ਪ੍ਰਾਪਤ ਹੋ ਗਏ ਵੀ ਇੰਨਾ ਕੁਛ ਇਹਦੇ ਵਿੱਚ। ਤਾਂ ਅਗਲੇ ਲਿਖਿਆ ਅੱਗੇ ਕਹਿੰਦੇ ਗੌੜੀ ਗੁਆਰੇਰੀ ਮਹਿਲਾ ਪੰਜਵਾਂ। ਚੀ ਜੁਗਤ ਜਾ ਕੇ ਹੈ ਹਾਥ, ਸੋ ਸਿਮਰੋ ਅਨਾਥ ਕੋ ਨਾਥ। ਜੀਵਾਂ ਦੀ ਜੁਗਤੀ ਜਿਹਦੇ ਹੱਥ 'ਚ, ਜੀ ਜੁਗਤ ਜਾ ਕੇ ਹੈ ਹੱਥ। ਜੀਵਾਂ ਦੀ ਜੁਗਤੀ, ਜੀਵਨ ਜੁਗਤੀ ਵੀ ਜੀਵ ਕਿਵੇਂ ਜੀਵਨ ਜਿਉ ਰਹੇ ਨੇ, ਉਹ ਕਿ ਤੇਰੇ ਹੱਥ 'ਚ। ਪ੍ਰਭ ਡੋਰੀ ਹੱਥ ਤੁਮਾਰੇ, ਉਹ ਕਿ ਜਿੱਤ ਜਿੱਤ ਲਾਵੋ ਤਿੱਤ ਲੱਗਣਾ ਹੈ। ਪਰ ਜਿਸ ਪਾਸੇ ਤੂੰ ਲਾਇਆ ਹੈ ਉਸ ਪਾਸੇ ਲੱਗਾ ਹੋਇਆ। ਹੁਣ ਜੇ ਵਿੱਚ ਢੁੱਚਰਾ ਡਾਉਣੀ ਹੈ, ਇਹ ਚੋਰੀ ਕਰਨ ਦੇ ਵੀ ਰੱਬ ਨੇ ਲਾਇਆ ਹੋਇਆ। ਕਹਿੰਦੇ ਜਿੱਤ ਜਿੱਤ ਲਾਵੋ ਤਿੱਤ ਤੇ ਲੱਗਣਾ। ਪਰਮਾਤਮਾ ਚੋਰੀ ਕਰ, ਉਹ ਚੰਗਾ ਪਰਮਾਤਮਾ। ਜੇ ਕਿ ਚੋਰੀ ਕਰ, ਚੋਰੀ ਕਰਨ ਤੇ ਲਾਤੇ। ਇਹਨਾਂ ਬਹੁਤ ਦੇਰ ਫਿਰ ਇਹਨਾਂ ਲੋਕਾਂ ਨੂੰ ਲਾ ਕੇ ਸਮਝਾਉਣਾ ਪੈਂਦਾ। ਦੇਖੋ ਜਦੋਂ ਆਪਾਂ ਕਹਿੰਦੇ ਜਿੱਤ ਜਿੱਤ ਲਾਵੋ ਤਿੱਤ ਤੇ ਲੱਗਣਾ, ਬਈ ਠੀਕ ਹੈ ਪਰਮਾਤਮਾ ਨੇ ਪੀਣ ਤੇ ਲਾਇਆ ਹੋਇਆ, ਪੀ ਵੀ ਚਲੋ, ਜਦੋਂ ਕਹਿੰਦਾ ਹਟ ਜਾ ਉਦੋਂ ਆਪਾਂ ਹਟ ਜਾ ਲੱਗੇ ਰਹੋ। ਇਹ ਕਹੂ ਨਾ ਵੀ ਦੇਖੋ ਤੁਸੀਂ ਆਪ ਬਾਬਾ ਜਿੱਤ ਜਿੱਤ ਲਾਵੋ ਤਿੱਤ ਤੇ ਲੱਗਣਾ। ਫਿਰ ਮੈਂ ਲੱਗਾ ਹੋਇਆ, ਮੈਂ ਕਿਹੜਾ ਆਪਣੀ ਮਰਜ਼ੀ ਨਾਲ ਲੱਗਾ। ਰੱਬ ਨੇ ਮੈਨੂੰ ਪੀਣ ਲਾਇਆ, ਰੱਬ ਨੇ ਮੈਨੂੰ ਚੋਰੀ ਕਰ ਲਾਇਆ, ਰੱਬ ਨੇ ਮੈਨੂੰ ਰਿਸ਼ਵਤ ਲੈਣ ਤੇ ਲਾਇਆ, ਠੱਗੀਆਂ ਕਰਨ ਤੇ ਲਾਇਆ। ਜਦੋਂ ਉਹ ਹਟਾ ਦੂਗਾ ਉਦੋਂ ਮੈਂ ਹਟ ਜੂੰਗਾ। ਰੱਬ ਕਿਸੇ ਨੂੰ ਪੁੱਠੇ ਪਾਸੇ ਨਹੀਂ ਲਾਉਂਦਾ। ਆਉਣ ਦਾ ਹੋਲ ਪਰਮਾਤਮਾ ਦਾ ਹੁਕਮ ਚੱਲਦਾ, ਜਿਵੇਂ ਆਉਣ ਦਾ ਹੋਲ ਗੌਰਮੈਂਟ ਦਾ ਹੁਕਮ ਚੱਲਦਾ। ਪਰ ਹੇਠਾਂ ਕਰਮਚਾਰੀ ਵੀ ਤਾਂ ਹੋ ਰਹੇ ਗਏ। ਸਿੱਧਾ ਤਾਂ ਗੌਰਮੈਂਟ ਦਾ ਸਾਨੂੰ ਪਤਾ ਹੀ ਨਹੀਂ। ਅੱਜ ਤਾਂ ਹੇਠਾਂ ਦੇ ਹੁਕਮ ਮੰਨੀ ਜਾਂਦੇ, ਗੌਰਮੈਂਟ ਤੱਕ ਤਾਂ ਕਿੱਥੇ ਗਏ ਤੇ ਕਿਸੇ ਨਾਲ ਗਏ। ਗੁਰਬਾਣੀ ਕਹਿੰਦੇ ਤੁਸੀਂ ਕਰਮ ਕੀਤੇ, ਹੁਣ ਪਿਛਲੇ ਜਨਮ ਜਿਹੜੇ ਕਰਮ ਕੀਤੇ ਉਹਦਾ ਕਰਨਾ ਤੁਹਾਡਾ ਭੁਗਤਾਨ। ਹੁਣ ਮੰਨ ਲਓ ਵੀ ਮੈਂ ਪਿਛਲੇ ਜਨਮਾਂ 'ਚ ਕਤਲ ਕਰਤਾ, ਭੱਜ ਗਿਆ, ਪੁਲਿਸ ਦੇ ਹੱਥ ਨਹੀਂ ਆਇਆ, ਬਚ ਗਿਆ, ਇਸਤਰੀ ਹੌਲੀ ਸਮ ਪਾ ਕੇ ਮਰ ਗਿਆ। ਕਰਮ ਤਾਂ ਖੜਾ, ਕਰਮ ਤਾਂ ਖੜਾ। ਇਸ ਜਨਮ 'ਚ ਮੈਂ ਕਈ ਵਾਰੀ ਨਿਰਦੋਸ਼ਾ ਹੀ ਮਾਰਿਆ ਜਾਵਾਂਗਾ। ਅਲ ਕਹੇ ਯਾਰ ਕਮਾਲ ਹੈ, ਐਂ ਬੰਦਾ ਮਾਰਿਆ ਗਿਆ। ਉਹ ਮਾਰਿਆ ਇਸ ਲਈ ਗਿਆ ਕਿ ਤੂੰ ਮਾਰ ਕੇ ਭੱਜਿਆ ਸੀ, ਤੈਨੂੰ ਸਜ਼ਾ ਨਹੀਂ ਸੀ। ਜੇ ਤਾਂ ਤੈਨੂੰ ਸਜ਼ਾ ਮਿਲ ਜਾਂਦੀ ਤੇਰਾ ਕਰਮ ਖਤਮ। ਮੈਂ ਕਿਤੇ ਥੱਪੜ ਮਾਰਿਆ, ਉਹਨੇ ਅੱਗੋਂ ਮੈਨੂੰ ਮਾਰਤਾ, ਨਿਬੜ ਗਿਆ। ਉਹਦਾ ਕਰ ਵੀ ਨਿਬੜ ਗਿਆ ਅਤੇ ਮੇਰਾ ਵੀ ਨਿਬੜ ਗਿਆ। ਮੈਂ ਥੱਪੜ ਮਾਰਿਆ, ਉਹਨੇ ਮੈਨੂੰ ਅੱਗੋਂ ਨਹੀਂ ਮਾਰਿਆ, ਚੁੱਪ ਰਿਹਾ। ਕਰਮ ਤੇ ਖੜਾ, ਕਰਮ ਤੇ ਖੜਾ। ਕਿਸੇ ਜਰੂਰ ਜੀ ਮੈਨੂੰ ਥੱਪੜ ਪੈਣੇ ਪੈਣਾ, ਚਾਹੇ ਵਿਦਿਆਰਥੀ ਮੈਂ ਬਣ ਜਾਂ ਟੀਚਰ ਥੱਪੜ ਮਾਰੂ, ਉਹ ਹਿਸਾਬ ਦੇ ਹੋਣਾ। ਇਹ ਤਾਂ ਇਸ ਕਰਕੇ ਇਸ ਕੰਮਾਂ 'ਤੇ ਪਰਮਾਤਮਾ ਲਾਇਆ ਵੀ ਤੁਹਾਡਾ ਹਿਸਾਬ ਕਿਤਾਬ ਹੋ ਰਿਹਾ ਕਰਮਾਂ ਦਾ। ਕਰੋ ਹਿਸਾਬ ਕਿਤਾਬ, ਤੁਸੀਂ ਕੀਤੇ ਐਸੇ ਕਰਮ, ਹੁਣ ਉਹਨਾਂ ਨੂੰ ਭੋਗੋ। ਚੰਗੇ ਕੀਤੇ ਨੇ ਸੁੱਖ ਆਨੰਦ ਭੋਗੋ, ਮਾੜੇ ਕੀਤੇ ਨੇ ਉਹਦੀ ਸਜ਼ਾ ਭੋਗੋ। ਜੇ 3 ਭਰਾ ਸਨ, ਇੱਕ ਉਹਨਾਂ 'ਚ ਸਾਧ ਹੋ ਗਿਆ, 14 ਸਾਲ ਬਾਹਰ ਰਿਹਾ। ਦੂਜੇ ਭਰਾਵਾਂ ਨੂੰ ਕੋਈ ਪਤਾ ਨਹੀਂ ਵੀ ਸਾਡਾ ਭਰਾ ਜਿਉਂਦਾ ਮਰ ਗਿਆ, ਕਿੱਥੇ ਕਿੱਥੇ। ਉਦੋਂ
14 ਸਾਲਾਂ ਬਾਅਦ ਅੱਗੇ ਨੂੰ ਜਾ ਰਿਹਾ ਸੀ, ਉੱਥੇ ਲੰਘ ਕੇ ਆਪਣੇ ਪਿੰਡ ਵੱਲੋਂ। ਕਹ ਯਾਰ 14 ਸਾਲ ਅਗੇ ਭਰਾਵਾਂ ਨੂੰ ਮਿਲਿਆ, ਚੱਲ ਜਦੋਂ ਮਿਲੀ ਚੱਲਦੇ ਆ। ਉਹ ਮਿਲਣ ਆ ਗਿਆ, ਚਲੋ ਬੜੀ ਖੁਸ਼ੀ ਮਨਾਈ ਵੀ ਸਾਡਾ ਭਰਾ 14 ਸਾਲਾਂ ਬਾਅਦ ਸਾਨੂੰ ਮਿਲੇ। ਉਹਨਾਂ ਦੀ ਸੀ ਦੁਸ਼ਮਣੀ ਬਾਕੀ ਦੋ ਭਰਾਵਾਂ ਦੀ, ਉਹਦੇ ਉਹ ਪਈ ਲੜਾਈ, ਉਹਨਾਂ 'ਤੇ ਇੱਕ ਬੰਦਾ ਮਾਰਿਆ ਗਿਆ ਦੋਨਾਂ ਭਰਾਵਾਂ ਤੋਂ। ਉਹਨਾਂ ਨੇ ਤਿੰਨਾਂ ਦੇ ਨਾਮ ਲਿਖਾਤੇ ਵੀ ਤਿੰਨੋਂ ਮਾਰਨ ਵਾਲੇ ਸਨ। ਉਹ ਸਾਧ ਤਾਂ ਵਿਚਾਰਾ ਉਂਝ ਮਿਲਣਾ ਸੀ, ਨਾ ਉਹਨੇ ਮਾਰਿਆ ਨਾ ਕਰਿਆ। ਉਹ ਵਿਚਾਰਾ ਮਾਲਾ ਫੇਰਦਾ ਰਹਿੰਦਾ ਸੀ। ਚੱਲ ਪਿਆ ਮੁਕੱਦਮਾ ਜੀ, ਜਿਹਦੇ ਫੈਸਲਾ ਜੱਜ ਨੇ ਸੁਣਨਾ ਸੀ। ਇੰਨੀਆਂ ਜ਼ਬਰਦਸਤ ਉਹਦੇ ਵਿਰੁੱਧ ਗਵਾਹੀਆਂ ਹੋਈਆਂ ਕਿ ਹਾਂ ਇਹ ਵੀ ਮਾਰਨ ਵਿੱਚ ਸੀ। ਤਿੰਨਾਂ ਭਰਾਵਾਂ ਨੂੰ 20-20 ਸਾਲ ਦੀ ਸਜ਼ਾ ਹੋ ਗਈ। ਉਹਦੇ ਹੱਥੋਂ ਮਾਲਾ ਡਿੱਗ ਪਈ ਵੀ ਦੱਸ ਮੈਂ ਮਾਰਿਆ ਨਹੀਂ, ਕਰਿਆ ਨਹੀਂ, ਮੈਨੂੰ ਵਾਧੂ ਦੀ 20 ਸਾਲ ਦੀ ਸਜ਼ਾ ਮਿਲ ਗਈ। ਉਹਦਾ ਕਰਮ ਰਹਿੰਦਾ ਸੀ, ਉਹਦਾ ਕਰਮ ਉਸ ਨੂੰ ਲੈ ਕੇ ਆਇਆ ਵੀ ਚੱਲ ਪਹੁੰਚ ਉੱਥੇ। ਹਾਂ ਆਖਰਕਾਰ ਉਹਨੂੰ ਸਜ਼ਾ ਦਿਲਾਣੀ ਸੀ ਨਾ ਵੀ ਤੂੰ ਪਿਛਲੇ ਜਨਮ 'ਚ ਬਚ ਗਿਆ ਸੀ, ਕਤਲ ਕਰਕੇ ਤੂੰ ਬਚ ਗਿਆ, ਤੇਰੀ ਸਜ਼ਾ ਖੜੀ ਹੈ। ਦੇਖੋ ਲਿਆਂਦਾ ਵੀ ਉਸੇ ਦਿਨ ਉਸ ਨੂੰ ਪਰਮਾਤਮਾ ਨੇ ਉਸੇ ਦਿਨ ਲਿਆਂਦਾ ਜਿੱਦੇ ਲੜਾਈ ਹੋਈ। ਆ ਜਾ ਵੀ ਸੱਜਣ ਜਾਂਦਾ ਕਿੱਥੇ ਹੁਣ ਭੋਗਤ। ਇਸ ਤਰ੍ਹਾਂ ਕਰਮ ਭੋਗਣੇ ਪੈਂਦੇ ਨੇ। ਤਾਂ ਅਗਲੇ ਕਹਿੰਦੇ ਜਿੱਤ ਲਾਵੋ ਤਿੱਤ ਲੱਗਣਾ। ਬੰਦੇ ਨੂੰ ਪਰਮਾਤਮਾ ਨਹੀਂ ਲਾਇਆ, ਉਹਦੇ ਕਰਮ ਭੁਗਤਾਉਣ ਲਈ ਲਾਇਆ ਹੋਇਆ ਹੈ। ਲੈ ਵੀ ਭੋਗ ਕਰਮ ਹਨ। ਇੱਕ ਅੱਜ ਆ ਕੇ ਮੈਂ 3 ਵੀਲਰ ਚਲਾਉਣਾ ਜੀ, ਕੋਈ ਵਾਧਾ ਬੁੱਧਾ ਹੋ ਜਾਏ ਜੀ, ਮੈਂ ਘੁੱਟ ਪੀਂਦੇ ਹਾਂ, ਹਾਂ ਜੀ ਮੈਂ ਫਿਰ ਨਹੀਂ ਵਾਧਾ ਹੁੰਦਾ। ਜਾ ਤੈਨੂੰ ਪਾੜ ਦੇ ਦਾ ਫਾਇਦਾ ਹੀ ਕੋਈ ਨਹੀਂ। ਜੇ ਤੇਰਾ ਵਾਧਾ ਹੋ ਗਿਆ ਦੇਸੀ ਤੋਂ ਅੰਗਰੇਜ਼ੀ ਪੀਣ ਲੱਗ ਜਾਏਗਾ। ਮੈਨੂੰ ਪਾੜ ਦੇ, ਪਹਿਲਾਂ ਸ਼ਰਾਬ ਛੱਡ ਦੇ, ਆਪੇ ਵਾਧਾ ਹੋ ਜਾਊ। ਛੱਡਣੀ ਕਿਹੜੇ ਭੜੂਣ ਹੁੰਦੀ ਹੈ, ਹੁਣ ਜੀ ਅੱਜ ਦੇ ਲੋਕ ਹੁੰਦੇ। ਸੋ ਇਹ ਬੰਦਾ ਕਹਿੰਦਾ ਮੈਂ ਕਰਦਾ ਵੀ ਉਹੀ ਕੁਛ ਰਹਾਂ ਅਤੇ ਨਤੀਜੇ ਵੀ ਚੰਗੇ ਨਿਕਲ, ਇਸ ਤਰ੍ਹਾਂ ਨਿਕਲਦੇ ਹੁੰਦੇ। ਅੱਗੇ ਗੁਰੂ ਮਹਾਰਾਜ ਕਹਿੰਦੇ ਜੀ ਜੁਗਤ ਜਾ ਕੇ ਹੈ ਹਾਥ, ਸਾਰੇ ਜੀਵਾਂ ਦੀ ਜੁਗਤੀ ਪਰਮਾਤਮਾ ਦੇ ਹੱਥ ਵਿੱਚ। ਸੋ ਸਿਮਰੋ ਅਨਾਥ ਕੋ ਨਾਥ। ਉਹ ਪਰਮਾਤਮਾ ਜਿਹੜਾ ਅਨਾਥਾਂ ਦਾ ਨਾਥ ਹੈ, ਜਿਹਦਾ ਕੋਈ ਮਾਲਕ ਨਹੀਂ, ਉਹਦਾ ਉਹ ਮਾਲਕ ਹੈ। ਅਨਾਥ ਬੱਚਾ ਕਿਹਨੂੰ ਕਹਿੰਦੇ? ਜਿਹਦਾ ਮਾਤਾ ਪਿਤਾ ਸਵਰਗਵਾਸ ਹੋ ਜਾਏ, ਜਿਹਨੂੰ ਕੋਈ ਰਿਸ਼ਤੇਦਾਰ ਨਾ ਸਾਂਭੇ, ਉਹ ਅਨਾਥ ਮੰਨਿਆ ਜਾਂਦਾ। ਅਨਾਥਾਲੈ ਇਸ ਲਈ ਬਣੇ ਹੋਏ ਨੇ ਕਿ ਭਾਈ ਜਿਹਨਾਂ ਦਾ ਕੋਈ ਨਹੀਂ ਹੈਗਾ ਉਹ ਇੱਥੇ ਆ ਜਾਓ। ਆਹ ਬੁੱਢਿਆਂ ਲਈ ਜਿਹੜੇ ਹੋਮ ਬਣੇ ਹੁੰਦੇ ਨੇ, ਕਿਹੜੇ ਹੋਮ ਵੱਜਦੇ ਨੇ? ਹਾਂ ਬਿਰਧ ਆਸ਼ਰਮ। ਉਹ ਵੀ ਇਸ ਲਈ ਅਗਲੇ ਨੇ ਬਣਾਏ ਨੇ ਭਾਈ ਜੇ ਤੁਹਾਡੇ ਬਾਲ ਬੱਚੇ ਨਹੀਂ, ਜਾਂ ਤੁਹਾਡੇ ਬਾਲ ਬੱਚੇ ਤੁਹਾਨੂੰ ਨਹੀਂ ਸਾਂਭਦੇ, ਇੱਥੇ ਸਾਡੇ ਕੋਲ ਆ ਜਾਓ, ਇੱਥੇ ਸਾਡੇ ਕੋਲ ਆ ਜਾਓ। ਸੋ ਮੈਂ ਉੱਥੇ ਦੇਖਿਆ ਦਰਾਹੇ, ਉੱਥੇ ਬਹੁਤ ਵਧੀਆ ਉਹਨਾਂ ਨੇ ਬਣਾਇਆ ਹੋਇਆ। ਜਿਹੜੇ ਖੇਡਣ ਦੇ ਗਰਾਊਂਡ ਨੇ, ਸੈਰ ਦੇ ਨੇ, ਬਾਗ ਬਗੀਚੇ ਨੇ, ਉਹਨਾਂ ਦੇ ਬਹੁਤ ਵਧੀਆ ਉਹਨਾਂ ਦੇ ਰਿਹਾਇਸ਼, ਖਾਣ ਪੀਣ ਦਾ ਪ੍ਰਬੰਧ। ਸਿਰਫ ਇੰਨਾ ਪੈਸੇ ਲੈਂਦੇ ਨੇ। ਉੱਥੇ ਉਹ ਰਹਿੰਦੇ ਨੇ ਜਿਹੜੇ ਪੈਨਸ਼ਨ ਵਾਲੇ ਬੰਦੇ ਨੇ, ਜਿਹਨਾਂ ਨੂੰ ਪੈਨਸ਼ਨ ਮਿਲਦੀ ਹੈ ਨਾ, ਅਤੇ ਬੱਚੇ ਨਹੀਂ ਸਾਂਭਦੇ। ਔਰ ਚੱਲ ਯਾਰ ਉੱਥੇ ਸਾਰੇ ਬੁੜੇ ਹੋਵਾਂਗੇ, ਜੀ ਲੱਗਾ ਰਹੇਗਾ। ਬਜ਼ੁਰਗ ਆਪਣੀ ਗੱਲਾਂ ਪਤਾ ਕਹਿੰਦੇ ਰਿਹਾਇਸ਼ ਚੰਗੀ ਹੈ, ਡਾਕਟਰੀ ਪ੍ਰਬੰਧ ਵੀ ਹੈ ਕਿ ਕੋਈ ਬਿਮਾਰ ਹੋ ਜਾਏ, ਸਾਰੀ ਸਹੂਲਤਾਂ ਰੱਖੀਆਂ ਹੋਈਆਂ ਹਨ। ਸੋ ਸਿਮਰੋ ਅਨਾਥ ਕੋ ਨਾਥ। ਉਹ ਅਨਾਥ ਜਿਹਨਾਂ ਦਾ ਕੋਈ ਵਾਲੀ ਵਾਰਸ ਨਹੀਂ, ਪਰਮਾਤਮਾ ਉਹਨਾਂ ਦਾ ਨਾਥ ਹੈ, ਉਹਨਾਂ ਦਾ ਵਾਲੀ ਵਾਰਸ ਆ। ਉਹ ਤਾਂ ਸਿਮਰਨ ਕਰੋ। ਕਹਿੰਦੇ ਪ੍ਰਭ ਚਿਤ ਆਏ ਸਭ ਦੁੱਖ ਜਾਏ। ਜਦੋਂ ਪਰਮਾਤਮਾ ਚਿੱਤ 'ਚ ਵਸ ਜਾਏਗਾ ਨਾ, ਸਾਰੇ ਦੁੱਖ ਹੀ ਖਤਮ ਹੋ ਜਾਣਗੇ। ਇਹ ਜੇ ਸਾਡੇ ਚਿੱਤ 'ਚ ਵਸਿਆ ਨਹੀਂ ਹੈ, ਅਸੀਂ ਸਿਮਰਨ ਤੇ ਕਰਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਅਜੇ ਉਹਦੀ ਯਾਦ ਹਿਰਦੇ 'ਚ ਵਸੀ ਨਹੀਂ। ਉਹ ਕਦੇ ਕਦੇ ਯਾਦ ਹੁੰਦਾ, ਬਸ ਜਦੋਂ ਯਾਦ ਹੁੰਦਾ ਉਦੋਂ ਅਸੀਂ ਥੋੜ੍ਹਾ ਬਹੁਤਾ ਵਾਹਿਗੁਰੂ ਨੇ ਲਾ ਰਿਹਾ ਕਿ ਇੰਨੀ ਤਾਂ ਕਈ ਘੰਟੇ ਭੁੱਲਿਆ ਰਹਿੰਦਾ। ਇਹਦੇ ਮਤਲਬ ਉਹਦੀ ਯਾਦ ਹਿਰਦੇ 'ਚ ਵਸੀ ਨਹੀਂ। ਜਦੋਂ ਉਹਦੀ ਯਾਦ ਵਸ ਗਈ ਨੇ ਤਾਂ ਫਿਰ ਸਾਡਾ ਰੱਬ ਨਾਲ ਪਿਆਰ ਹੋ ਗਿਆ, ਅਤੇ ਪਿਆਰਾ ਕਦੇ ਭੁੱਲਿਆ ਨਹੀਂ ਕਰਦਾ। ਅਤੇ ਜਿਹੜਾ ਭੁੱਲ ਜਾਏ ਉਹ ਪਿਆਰਾ ਨਹੀਂ ਹੁੰਦਾ। ਜਿਹੜਾ ਭੁੱਲ ਜਾਏ ਉਹ ਪਿਆਰਾ ਨਹੀਂ ਹੁੰਦਾ, ਅਤੇ ਜਿਹੜਾ ਨਾ ਭੁੱਲੇ ਉਹੀ ਪਿਆਰਾ ਹੁੰਦਾ। ਜਦੋਂ ਪਰਮਾਤਮਾ ਨਾਲ ਸਾਡਾ ਪਿਆਰ ਪੈ ਗਿਆ ਹੋਇਆ, ਸਮਝੋ ਉਹ ਚਿੱਤ 'ਚ ਵਸ ਗਿਆ ਸਾਡੇ। ਉਹ ਬਸ ਫਿਰ ਕੀ ਹੋਏਗਾ? ਪ੍ਰਭ ਚਿਤ ਆਏ ਸਭ ਦੁੱਖ ਜਾਏ। ਹਰ ਪ੍ਰਕਾਰ ਦਾ ਦੁੱਖ ਖਤਮ ਹੋ ਜਾਣਾ ਹੈ, ਕਿ ਜਿੱਥੇ ਪਰਮਾਤਮਾ ਵਸਦਾ ਉੱਥੇ ਪਰਮਾਤਮਾ ਦੇ ਵਿਰੋਧੀ ਚੀਜ਼ ਕੋਈ ਨਹੀਂ ਵਸ ਸਕਦੀ।
ਸ਼ੇਰ ਦਾ ਜਿੱਥੇ ਸ਼ੇਰ ਵੱਸਦਾ ਹੈ, ਗਿੱਦੜ ਦੀ ਕੀ ਤਾਕਤ ਉਹਦੇ ਘੁਰਨੇ 'ਚ ਆ ਜਾਏ। ਜੇ ਬੈਠਾ ਹੋ ਸ਼ੇਰ ਨੂੰ ਵੇਖ ਕੇ ਭੱਜੇਗਾ। ਇਸ ਲਈ ਜਦੋਂ ਪਰਮਾਤਮਾ ਸਾਡੇ ਹਿਰਦੇ 'ਚ ਵਸ ਗਿਆ ਨਾ, ਅੰਦਰ ਜੋ ਕੁਛ ਵੀ ਵਿਰੋਧੀ ਚੀਜ਼ ਹੈ ਪਰ ਸਭ ਭੱਜੇ ਆਪਣੇ ਆਪ, ਸਭ ਭੱਜੇ, ਕੋਈ ਨਹੀਂ ਖੜਦਾ ਹੈਗਾ। ਸ਼ੇਰ ਤਾਂ ਜੇ ਭਬਕ ਮਾਰੇ ਦੂਰ ਦੂਰ ਤੱਕ ਧਰਤੀ ਕੰਬਦੀ ਹੈ। ਇੰਨਾ ਹੀ ਉਹਦੇ 'ਚ ਤਾਕਤ ਹੁੰਦੀ ਭਬਕ ਮਾਰੇ। ਕਦੇ ਨਹੀਂ 21 ਝੋਟੀਆਂ ਜਿੰਨੀ ਤਾਕਤ ਇੱਕ ਸ਼ੇਰ 'ਚ ਹੁੰਦੀ। ਉਹਦੇ ਪੰਜਾ ਜਦੋਂ ਹਾਥੀ ਐਡਾ ਵੱਡਾ ਹੁੰਦਾ, ਹਾਥੀ ਵੀ ਡਰਦਾ ਸ਼ੇਰ ਤੋਂ, ਇਸ ਨੂੰ ਜੰਗਲ ਦਾ ਰਾਜਾ ਕਹਿੰਦੇ ਨੇ। ਮੈਨੂੰ ਇੱਕ ਅਫਸੋਸ ਜ਼ਰੂਰ ਹੈ ਹਿਸਟਰੀ ਜਦੋਂ ਪੜ੍ਹਦਾ, ਬਈ ਜਿਹੜਾ ਦੂਜਿਆਂ ਨੂੰ ਮਾਰ ਮਾਰ ਕੇ ਖਾਂਦਾ ਉਹਨੂੰ ਅਸੀਂ ਰਾਜਾ ਕਹਿੰਦੇ। ਲੈ ਦੱਸ, ਉਹ ਬਈ ਭਲੇ ਮਾਨਸਾ ਜਿਹੜਾ ਜਾਨਵਰਾਂ ਦੀ ਰੱਖਿਆ ਕਰੇ ਉਹ ਤਾਂ ਮੰਨਿਆ ਰਾਜਾ ਹੈ, ਉਹ ਤਾਂ ਜਾਨਵਰ ਮਾਰ ਮਾਰ ਕੇ ਖਾਂਦਾ, ਅਸੀਂ ਇਹ ਜੀ ਜੰਗਲ ਦਾ ਰਾਜਾ ਹੈ। ਕਿਆ ਬਕਵਾਸ ਹੈ, ਸਾਡੀ ਕਿਆ ਜੱਜਮੈਂਟ ਹੈ, ਸਾਡੀ ਕੀ ਜੱਜਮੈਂਟ ਹੈ। ਅਲੈਗਜ਼ੈਂਡਰ ਦੀ ਗ੍ਰੇਟ, ਮਹਾਨ ਸਿਕੰਦਰ ਵੀ ਦੱਸ ਕੀ ਮਹਾਨ ਕੰਮ ਕਰਦਾ ਵੀ, ਲੋਕਾਂ ਨੂੰ ਮਾਰ ਮਾਰ ਕੇ ਜਿੱਤੇ ਹੀ ਜਿੱਤੀ ਹੈ, ਰਾਜਪੁਰ ਦੇ ਕੀਤੇ ਹੀ ਨਹੀਂ ਹੈ। ਪਤਾ ਨਹੀਂ ਕਿਉਂ ਕਹਿੰਦੇ ਨੇ, ਅੱਲਾ ਜਾਣੇ ਜੀ। ਮੈਂ ਤਾਂ ਜੇ ਪੜ੍ਹਾਉਂਦਾ ਮੈਂ ਇਹੀ ਕਹਿੰਦਾ ਮੈਂ ਬਈ ਮੈਂ ਤਾਂ ਮੰਨਦਾ ਨਹੀਂ ਉਹਨੂੰ ਗ੍ਰੇਟ ਗਰੂਟ, ਪਰ ਹੁਣ ਹਿਸਟਰੀ ਲਿਖਿਆ ਹੋਇਆ ਸੀ ਉਹ ਸਰ ਪੜ੍ਹਾਉਣਾ ਹੀ ਪੜ੍ਹਾਉਣਾ ਹੈਗਾ। ਸੋ ਇਸ ਲਈ ਕਹਿੰਦੇ ਪ੍ਰਭ ਚਿਤ ਆਏ ਸਭ ਦੁੱਖ ਜਾਏ। ਜਿੱਥੇ ਪਰਮਾਤਮਾ ਯਾਦ ਆ ਜਾਏ ਉੱਥੇ ਦੁੱਖ ਖਤਮ ਹੋ ਜਾਂਦੇ ਨੇ। ਪੈ ਸਭ ਬਿਨਸੈ ਹਰ ਕਹਿ ਨਾਏ, ਪਰਮਾਤਮਾ ਦਾ ਨਾਮ ਜਪਣਾ ਸਭ ਪ੍ਰਕਾਰ ਦੇ ਡਰ ਖਤਮ ਹੋ ਜਾਂਦੇ। ਆ ਜਿਹੜੇ ਸ਼ਹੀਦ ਹੁੰਦੇ ਨੇ ਦੇਖੋ, ਇਹ ਡਰਦੇ ਹੀ ਨਹੀਂ ਹੈਗੇ, ਇਹ ਡਰਦੇ ਨਹੀਂ। ਭਗਤ ਸਿੰਘ ਵਰਗੇ ਨੇ ਕਹਿੰਦੇ ਕਿਹਾ ਤੁਸੀਂ ਮੇਰੇ ਗਲ 'ਚ ਫਾਂਸੀ ਦਿਓ, ਮੈਂ ਆਪ ਹੀ ਪਾ ਲੈਣਾ। ਉਹਨੂੰ ਲੱਗੇ ਫਾਂਸੀ ਦੇਣ, ਕਹਿੰਦੇ ਲੈ ਲਓ ਮੈਂ ਆਪ ਹੀ ਆਪਣੇ ਗਲ 'ਚ ਪਾ ਲੈਣਾ। ਅਤੇ ਜਿਹੜਾ ਫੱਟਾ ਦੱਬੜਾ ਦੱਬਦਾ, ਫੱਟਾ ਹੁੰਦਾ ਇੱਕ ਹੇਠਾਂ ਖੂਹ ਹੁੰਦਾ, ਖੂਹ ਦੇ ਉੱਤੇ ਇੱਕ ਫੱਟਾ ਜਿਹਾ ਰੱਖਿਆ ਹੁੰਦਾ ਹੈ, ਉਹਦੇ ਉੱਤੇ ਬੰਦੇ ਨੂੰ ਖੜਿਆ ਕਰ ਲੈਂਦੇ ਨੇ। ਉਹਦੇ ਫਿਰ ਗਲ 'ਚ ਰੱਸੀ ਪਾ ਕੇ ਨਾ ਉਹਨੂੰ ਪਹਿਲਾਂ ਉੱਪਰ ਨੂੰ ਖਿੱਚਦੇ ਨੇ, ਉੱਪਰ ਫੱਟਾ ਹਟ ਜਾਂਦਾ, ਫਿਰ ਇਹ ਜ਼ੋਰ ਨਾਲ ਹੇਠਾਂ ਨੂੰ ਜਾਂਦਾ, ਉਹਦੀ ਧੌਣ ਖਿੱਚੀ ਜਾਂਦੇ, ਫੁੱਟ ਲੰਮੀ ਹੋ ਜਾਂਦੀ ਅਤੇ ਜਾਨ ਨਿਕਲ ਜਾਂਦੇ ਨੇ। ਉਹਨੂੰ ਕਹਿੰਦੇ ਫਾਂਸੀ ਦੇਤੀ, ਫਾਹੀ ਦੇਤੀ, ਇੱਕੋ ਹੀ ਗੱਲ। ਉਹ ਕਹਿੰਦੇ ਆਪੇ ਹੀ ਪਾ ਲੈਣ ਗੱਲ 'ਚ, ਤੁਸੀਂ ਕੰਨ ਪਾਉਣ ਲਿਓ, ਮੈਂ ਹੀ ਪਾ ਲੈਣਾ। ਡਰ ਚੱਕ ਜਾਂਦਾ, ਜੋ ਡਰ ਚੱਕ ਗਿਆ ਫਿਰ ਦੁਸ਼ਮਣ ਵੱਧ ਤੋਂ ਵੱਧ ਮਾਰ ਹੀ ਸਕਦਾ, ਸਾਨੂੰ ਬਦਲ ਨਹੀਂ ਸਕਦਾ, ਸਾਨੂੰ ਮਾਰ ਸਕਦਾ ਹੈ। ਬਿਨ ਹਰ ਭਉ ਕਾਹੇ ਕਾ ਮਾਨੈ, ਹਰ ਬਿਸ ਕਾਹੇ ਸੁਖ ਜਨ। ਹਰੀ ਦੇ ਭਉ ਤੋਂ ਬਿਨਾਂ ਹੋਰ ਕਿਹਦਾ ਭਉ ਮੰਨਣ ਦਾ ਕਿਆ ਫਾਇਦਾ ਭਾਈ। ਬਿਨ ਹਰ ਭਉ ਕਾਹੇ ਕਾ ਮਨ, ਹਰੀ ਦੇ ਭਉ ਤੋਂ ਬਿਨਾਂ ਹੋਰ ਕਿਹਦਾ ਡਰ ਕਿਉਂ ਮੰਨਦਾ। ਹਰ ਬਿਸਰਤ ਕਾਹੇ ਸੁਖ ਜਨ, ਰੱਬ ਨੂੰ ਭੁਲਾ ਕੇ ਤੈਨੂੰ ਕਿੱਥੋਂ ਸੁੱਖ ਮਿਲਣਾ। ਰੱਬ ਨੂੰ ਭੁਲਾ ਕੇ ਤੈਨੂੰ ਕਹਿੰਦੇ ਕੋਈ ਨਹੀਂ ਸੁੱਖ ਮਿਲਣਾ ਹੈ। ਇਸੇ ਲਈ ਉਹਨੂੰ ਚਲੀਹੇ ਦਾ ਆਹੀ ਮਕਸਦ, ਹੋਰ ਕੀ ਹੈ। ਕੋਈ ਦੁੱਖ ਚੱਲ ਰਿਹਾ ਹੈ, ਕੁਛ ਹੋਰ ਪ੍ਰੋਬਲਮ ਚੱਲ ਰਹੀ ਹੈ, ਉਹਨੂੰ ਅਸੀਂ ਪਾੜ ਦਿੰਦੇ ਹਾਂ, ਬੇਕਾਰ ਪਾਠ, ਤੇਰੀ ਸਮੱਸਿਆ ਦੂਰ ਹੋ ਜਾਏਗੀ। ਅਤੇ ਇਹੀ ਬਾਣੀ ਕਹਿ ਰਹੀ ਹੈ, ਜੇ ਤੂੰ ਹਰੀ ਨੂੰ ਵਿਸਾਰ ਦੇਂਗਾ ਤਾਂ ਫਿਰ ਤੂੰ ਕਹਿ ਮੈਂ ਸੁਖੀ ਹੋ ਜਾ, ਨਹੀਂ ਹੋ ਸਕਦਾ। ਤੂੰ ਹਰੀ ਨੂੰ ਭੁਲਾ ਕੇ ਸੁੱਖ ਨਹੀਂ ਮਿਲ ਸਕਦਾ। ਕਹਿੰਦੇ ਰਹਾਓ ਜਿਨ ਧਾਰੇ ਬਹੁ ਧਰਨ ਆਗਾਸ, ਜਾ ਕੀ ਜੋਤ ਜੀ ਪ੍ਰਗਾਸ। ਜਿਨ ਨੰਨਣ ਸਿਹਾਰੀ ਹੈ, ਇੱਕ ਵਚਨ ਬਣਾਇਆ ਹੋਇਆ। ਜੇ ਨੰਨਣ ਸਿਹਾਰੀ ਨੰਦੇ ਫਿਰ ਜਿਨ ਬਹੁ ਵਚਨ ਨੰਦੇ, ਰੱਬ ਇੱਕੋ ਹੀ ਹੈ, ਅਸੀਂ ਨੰਨਣ ਸਿਹਾਰੀ ਪਾਈ ਹੋਈ। ਧਾਰੇ ਜਿਨ ਧਾਰੇ ਬਹੁ ਧਰਨ ਆਗਾਸ, ਧਰਨ ਮੈਨੇ ਧਰਤੀਆਂ, ਆਗਾਸ ਮੈਨੇ ਆਕਾਸ਼। ਜਿਹਦੇ ਆਸਰੇ ਬਹੁਤ ਧਰਤੀਆਂ ਅਤੇ ਬਹੁਤ ਆਕਾਸ਼ ਖੜ੍ਹੇ ਹਨ। ਇਹ ਜਿਹੜੀ ਧਰਤੀ ਖੜ੍ਹੀ, ਕਹਿੰਦੇ ਸਿੱਖ ਧਰਮ ਕਹਿੰਦਾ ਬਲਦ ਦੇ ਥੱਲੇ ਨਹੀਂ ਖੜ੍ਹੀ ਹੋਈ, ਜਿਵੇਂ ਹਿੰਦੂਆਂ ਦੇ ਪੁਰਾਣ ਕਥਾਵਾਂ 'ਚ ਲਿਖਿਆ ਹੋਇਆ। ਇਹ ਜੀ ਬਲਦ ਦੇ ਸਿੰਘ 'ਤੇ ਖੜ੍ਹੀ ਹੈ ਜੀ, ਫਿਰ ਜਦੋਂ ਬਲਦ ਥੱਕ ਜਾਂਦਾ ਜੀ, ਉਹ ਧਰਤੀ ਦੂਜੇ ਸਿੰਘ 'ਤੇ ਚੁੱਕਦਾ ਜੀ, ਫਿਰ ਧਰਤੀ ਹਿਲਦੀ ਹੈ ਜੀ, ਭੁਚਾਲ ਆਉਂਦਾ ਜੀ। ਚੱਲੀ ਗਿਆ, ਅਨਪੜ੍ਹਤਾ ਸੀ, ਸਾਇੰਸ ਕਹਿੰਦੇ ਸਭ ਬਕਵਾਸਬਾਜ਼ੀ। ਭੁਚਾਲ ਦਾ ਕਾਰਨ ਇਹ ਸਿੰਘ ਤੇ ਇੱਕ ਸਿੰਘ ਤੋਂ ਦੂਜੇ ਸਿੰਘ 'ਤੇ ਜਾਣਾ ਥੋੜ੍ਹਾ ਹੀ ਹੈ। ਉਹ ਤਾਂ ਸਾਡੀ ਧਰਤੀ ਦੇ ਅੰਦਰ ਨਾ ਪਿਘਲੀ ਹੋਈ ਅੱਗ ਹੈ, ਉਹਨੂੰ ਲਾਵਾ ਕਹਿੰਦੇ। ਅੰਦਰ ਪਿਘਲੀ ਹੋਈ ਅੱਗ ਹੈ,
ਗਾੜਾ ਪਾਣੀ ਜਿਵੇਂ ਪਿਘਲੇ ਚੀਜ਼ ਹੁੰਦੀ ਹੈ, ਘਿਓ ਜਿਵੇਂ ਪਿਘਲਾ ਲਈ ਆਪਾਂ ਇਸ ਤਰ੍ਹਾਂ ਅੱਗ ਹੈ ਧਰਤੀ, ਉਹ ਪਿਘਲੀ ਹੋਈ ਹੈ। ਉਹਦੇ ਹੁਣ ਗੈਸ ਬਣਦੀ ਪਿਘਲੀ ਹੋਈ ਚੀਜ਼ 'ਚ, ਉਹ ਧਰਤੀ ਨੂੰ ਧੱਕਾ ਮਾਰਦੇ ਰਹਿੰਦੇ ਹੈ। ਜਦੋਂ ਕਿਤੇ ਜ਼ੋਰ ਦਾ ਧੱਕਾ ਵੱਜਦਾ, ਉਹ ਧਰਤੀ ਪਾਰਟੀ ਦਾ ਨਹੀਂ, ਪਰ ਉਸਨੇ ਹੇਠੋਂ ਧੱਕਾ ਮਾਰਿਆ, ਉਸਦੇ ਜਦ ਧੱਕਾ ਮਾਰਿਆ ਧਰਤੀ ਹਿਲਦੀ। ਇਸ ਤਰ੍ਹਾਂ ਆਪਾਂ ਕਹਿੰਦੇ ਭੁਚਾਲ ਆ ਗਿਆ ਹੈ। ਬਾਈ ਚਾਂਸ ਉਹ ਜਿਹੜਾ ਲਾਵਾ ਹੈ, ਅਗਰ ਜ਼ੋਰ ਦਾ ਧੱਕਾ ਵੱਜੇ ਧਰਤੀ ਫਟ ਜਾਂਦੀ ਹੈ ਅਤੇ ਜਵਾਲਾਮੁਖੀ ਪਹਾੜ ਸ਼ੁਰੂ ਹੋ ਜਾਂਦਾ। ਫਿਰ ਅੱਗ ਹੀ ਅੱਗ, ਅੱਗ ਹੀ ਅੱਗ ਵਿੱਚੋਂ ਨਿਕਲੀ ਜਾਂਦੀ ਹੈ। ਉਹ ਮੀਲਾਂ ਤੱਕ ਫੈਲ ਜੇ, ਇੰਨੀ ਵਿੱਚੋਂ ਪਿਘਲੀ ਹੋਈ ਅੱਗ ਨਿਕਲੇ, ਦੂਰ ਦੂਰ ਤੱਕ ਫੈਲ ਜੇ, ਆਲੇ ਦੁਆਲੇ ਪਿੰਡ ਖਾਲੀ ਜਦ ਭੱਜ ਜਾਂਦੇ। ਸੋ ਜਦੋਂ ਸਾਇੰਸ ਆਈ, ਉਹਨੇ ਕਿਹਾ ਇਹ ਬਲਦ ਦੇ ਸਿੰਘ ਦੇ ਬਦਲਣਾ ਨਹੀਂ ਭੁਚਾਲ ਆਉਂਦਾ, ਧਰਤੀ ਹੇਠਾਂ ਕੋਈ ਬਲਦ ਨਹੀਂ ਹੈ। ਗੁਰੂ ਨਾਨਕ ਕਹਿੰਦੇ ਜੇ ਧਰਤੀ ਹੇਠਾਂ ਬਲਦ ਹੈ ਤਾਂ ਫਿਰ ਬਲਦ ਦੇ ਹੇਠਾਂ ਕੌਣ ਹੈ? ਚਲੋ ਤਾਂ ਮੰਨ ਲਿਆ ਵੀ ਧਰਤੀ ਬਲਦ ਦੇ ਆਸਰੇ ਖੜੀ, ਬਲਦ ਕਾਹਦੇ ਆਸਰੇ ਖੜਾ? ਉਹ ਕਾਹਦੇ ਆਸਰੇ ਖੜਾ? ਕਿ ਧਰਤੀ ਕਿਸੇ ਬਲਦ ਦੇ ਆਸਰੇ ਖੜੀ। ਧੌਲ ਧਰਮ, ਇਹ ਤਾਂ ਧਰਮ ਦੇ ਆਸਰੇ ਖੜੀ ਹੈ। ਧੌਲ ਬਲਦ ਨੂੰ ਕਹਿੰਦੇ, ਇਹ ਤਾਂ ਧਰਮ ਰੂਪੀ ਬਲਦ ਦੇ ਆਸਰੇ ਖੜੀ ਹੈ, ਬਲਦ ਦੇ ਆਸਰੇ ਨਹੀਂ ਖੜੀ। ਇਹ ਸਭ ਰੱਬ ਦੇ ਹੁਕਮ 'ਚ ਸਭ ਕੁਛ ਹੈ। ਰੱਬ ਬੜਾ ਵੱਡਾ ਸਾਇੰਸਦਾਨ ਹੈ। ਸਾਇੰਸਦਾਨ ਦਾ ਬਾਅਦ 'ਚ, ਰੱਬ ਦਾ ਪਹਿਲੇ ਹੀ ਸਾਇੰਸਦਾਨ ਸੀ। ਸਾਇੰਸ ਇਹ ਕਹਿੰਦੇ ਕਿ ਘੁੰਮਦੀ ਹੋਈ ਚੀਜ਼ ਹੇਠਾਂ ਨਹੀਂ ਡਿੱਗਦੀ। ਘੁੰਮਦੀ ਹੋਈ ਚੀਜ਼ 7ਵੀਂ 'ਚ ਸਾਨੂੰ ਟੀਚਰ ਪੜ੍ਹਾਇਆ ਸਾਇੰਸ, ਅਜੇ ਮੈਨੂੰ ਯਾਦ ਹੈ ਗੱਲ ਬਈ ਇਹ ਆਕਾਸ਼, ਇਹ ਤਾਰੇ, ਚੰਨ, ਇਹ ਸੂਰਜ, ਇਹ ਧਰਤੀਆਂ ਕਿਉਂ ਨਹੀਂ ਡਿੱਗਦੀਆਂ? ਇਹ ਕਿਉਂ ਨਹੀਂ ਡਿੱਗਦੀਆਂ? ਉਹ ਕਹਿੰਦੇ ਘੁੰਮ ਰਹੀਆਂ ਨੇ। ਹੁਣ ਘੁੰਮਦਾ ਦਿਸਦਾ ਤਾਂ ਕੁਛ ਹੈ ਨਹੀਂ ਹੈ, ਜਵਾਕਾਂ ਨੂੰ ਕਿਵੇਂ ਸਮਝ ਆਵੇ? ਚਲੋ ਸੂਰਜ ਤਾਂ ਦਿਸ ਰਿਹਾ ਹੁੰਦਾ, ਚੰਨ ਵੀ ਦਿਸ ਰਿਹਾ, ਤਾਰੇ, ਆ ਧਰਤੀ ਤਾਂ ਕਿਸੇ ਨੂੰ ਦਿਸਦੀ ਹੀ ਨਹੀਂ। ਜੇ ਤੁਹਾਨੂੰ ਕਹੇ ਨਾ ਵੀ ਜਿਸ ਧਰਤੀ ਤੁਸੀਂ ਬੈਠੇ ਹੋ, ਇਹ ਨਾ 1 ਲੱਖ ਕਿਲੋਮੀਟਰ ਦੀ ਸਪੀਡ ਤੋਂ ਵੱਧ ਸਪੀਡ ਨਾਲ ਘੁੰਮ ਰਹੀ ਹੈ ਇੱਕ ਪ੍ਰਤੀ ਘੰਟਾ, ਇੰਨੀ ਸਪੀਡ ਨਾਲ ਘੁੰਮ ਰਹੀ ਹੈ ਧਰਤੀ। ਫਿਰ ਐਵੇਂ ਘੁੰਮਦੀ ਹੈ, ਐਂ ਘੁੰਮਦੀ ਐ ਜਿਸ ਤਰ੍ਹਾਂ ਇਹ ਧਰਤੀ ਇਸ ਤਰ੍ਹਾਂ ਘੁੰਮਦੀ ਹੈ ਸੂਰਜ ਦਾ। ਦੱਸ ਪਤਾ ਲੱਗਦਾ ਐਂ ਜੇ ਆਰਾਮ ਨਾਲ ਬੈਠੇ। ਖੈਰ, ਤਾਂ ਜਿਹੜਾ ਹੈ ਉਹ ਧਰਤੀ ਜਿਹੜਾ ਸਭ ਕੁਛ ਹੈ, ਟੀਚਰ ਮੈਨੂੰ ਕਹਿੰਦਾ ਇੱਕ ਬਾਲਟੀ ਲੈ ਕੇ ਆ, ਸੇਰ ਕੋ ਪਾਣੀ ਪਾ ਕੇ ਲੈ ਨਲਕੇ ਤੋਂ। ਅੱਜ ਕੱਲ੍ਹ ਕਿਲੋ ਕੇ ਸੇਰ ਕੋ ਪਾਣੀ ਪਾ ਲਿਆ, ਮੈਂ ਪਾ ਲਿਆ। ਉਹ ਮੈਨੂੰ ਕਹਿੰਦੇ ਇਹਨੂੰ ਘੁਮਾ ਹੌਲੀ ਹੌਲੀ, ਐਂ ਕੀਤੇ ਜਦੋਂ ਇਸ ਪੁੱਠੀ ਹੋ ਗਈ, ਪਾਣੀ ਸਾਰਾ ਡੁੱਲ ਗਿਆ। ਕਹਿੰਦਾ ਫਿਰ ਇਹਦਾ ਪਾਣੀ ਫਿਰ ਭਰ ਕੇ ਲਿਆ। ਫਿਰ ਟੀਚਰ ਖੜਾ ਕੇ, ਬੱਚਾ ਛੋਟਾ ਅਜੇ, ਆਪ ਖੜਾ, ਉਹਨੇ ਬਾਲਟੀ ਐਂ ਲੱਗਾ ਘੁਮਾਉਣ। ਐਂ ਨਹੀਂ ਘੁਮਾਈ, ਇਸ ਤਰ੍ਹਾਂ ਘੁਮਾਈ ਵੀ ਬਾਲਟੀ ਪੁੱਠੀ ਵੀ ਹੋ ਰਹੀ ਹੈ, ਇੱਕ ਤੁਪਕਾ ਨਹੀਂ ਪਾਣੀ ਦਾ ਵਿੱਚੋਂ ਡਿੱਗਿਆ। ਕਹਿੰਦੇ ਹੁਣ ਕਿਉਂ ਨਹੀਂ ਪਾਣੀ ਡਿੱਗਿਆ? ਕਿਉਂਕਿ ਉਹ ਘੁੰਮ ਰਿਹਾ। ਇਸ ਲਈ ਹਰ ਇੱਕ ਚੀਜ਼ ਘੁੰਮ ਰਹੀ ਹੈ। ਕਿਆ ਧਰਤੀ, ਕਿਆ ਸੂਰਜ, ਕਿਆ ਚੰਨ, ਕਿਆ ਗ੍ਰਹਿ, ਸਭ ਕੁਛ ਘੁੰਮ ਰਿਹਾ ਹੈ। ਇਸ ਲਈ ਕੁਝ ਵੀ ਨਹੀਂ ਹੇਠਾਂ ਡਿੱਗਦਾ, ਆਪਣੀ ਆਪਣੀ ਥਾਂ 'ਤੇ ਘੁੰਮੀ ਜਾ ਰਹੇ ਨੇ। ਪਰਮਾਤਮਾ ਨੇ ਸੋਚਿਆ ਵੀ ਇੱਕ ਐਸੀ ਸ਼ਕਤੀ ਮੈਂ ਬਣਾਵਾਂ ਜਿਹਦੇ ਆਸਰੇ ਸਭ ਕੁਝ ਖੜਾ ਰਹੇ। ਕਿਆ ਬਾਤ ਹੈ। ਕਦੇ ਬੈਠੇ ਬੈਠੇ ਸੋਚੀਦਾ, ਬੰਦਾ ਹੈਰਾਨ ਹੋ ਜਾਂਦਾ, ਬੰਦਾ ਕਿੱਡਾ ਵੱਡਾ ਸਾਇੰਸਦਾਨ ਰੱਬ ਹੈ। ਸਾਇੰਸਦਾਨ ਉੱਥੋਂ ਹੀ ਪੜ੍ਹ ਕੇ ਆਉਂਦੇ ਨੇ। ਪਰਮਾਤਮਾ ਸਾਇੰਸਦਾਨ ਤਿਆਰ ਕਰਕੇ ਭੇਜਦਾ। ਗੁਰੂ ਵੀ ਪਰਮਾਤਮਾ ਤਿਆਰ ਕਰਦੇ, ਉਹਨੂੰ ਪਹਿਲਾਂ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਹੜਾ ਸਾਇੰਸਦਾਨ ਆਉਂਦਾ ਸੰਸਾਰ 'ਚ, ਉਹਨੂੰ ਪਹਿਲਾਂ ਉੱਥੇ ਟ੍ਰੇਨਿੰਗ ਵੀ ਆਹ ਤੂੰ ਜਾ ਕੇ ਕਾਢ ਕੱਢਣੀ, ਉੱਥੇ ਸਿੱਖ ਲੈ, ਇਸ ਤਰ੍ਹਾਂ ਕਾਢ ਕੱਢਣੀ ਹੈ ਤੂੰ। ਉੱਥੋਂ ਸਿਖਾ ਕੇ ਫਿਰ ਮਾਤ ਲੋਕ ਭੇਜਦੇ। ਫਿਰ ਉਹੀ ਜੋ ਉਸੇ ਤਰ੍ਹਾਂ ਹੀ ਉਹ ਕਰਦਾ ਅਤੇ ਕਾਢ ਕੱਢ ਦਿੰਦਾ ਹੈ। ਉੱਥੇ ਬੜੀ ਟ੍ਰੇਨਿੰਗ ਦਿੰਦੇ ਨੇ। ਹਨ ਆ ਜਿਹੜੇ ਗੁਰੂ ਬਣ ਕੇ ਆਉਂਦੇ ਨੇ, ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਉਹਨਾਂ ਨੂੰ। ਉੱਥੇ ਟ੍ਰੇਨਿੰਗ ਦੇ ਕੇ ਉਹਨਾਂ ਦੀ ਡਿਊਟੀ ਲਾਉਂਦੇ ਨੇ। ਤੂੰ ਇੰਨੇ ਸਾਲ ਲਈ ਮਾਤ ਲੋਕ ਜਾਣਾ, ਫਲਾਣੇ ਥਾਂ 'ਤੇ ਜਾ ਕੇ ਜਨਮ ਲੈਣਾ, ਆਹ ਤੂੰ ਕੰਮ ਕਰਕੇ ਵਾਪਸ ਆਉਣਾ ਸਾਡੇ ਕੋਲ। ਡਿਊਟੀ ਲੱਗੀ ਹੁੰਦੀ। ਦਸਮ ਪਾਤਸ਼ਾਹ ਨੇ ਤਾਂ ਸਗੋਂ ਕਲੀਅਰ ਹੀ ਕਰਤਾ, ਹੋਰ ਕਿਸੇ ਨੇ ਕਲੀਅਰ ਨਹੀਂ ਕੀਤਾ। ਦਸਮ ਪਾਤਸ਼ਾਹ ਨੇ ਆਪਣਾ ਪਿਛਲਾ ਦੱਸਤਾ ਸਾਰਾ ਵੀ ਐ ਜਿੱਥੇ ਸਪਤ ਸ੍ਰਿੰਗ ਹੈ, ਜਿੱਥੇ ਤੁਸੀਂ ਜਾਂਦੇ ਹੋ ਮੱਥੇ ਟੇਕਣ, ਉੱਥੇ ਹੈ। ਕਹਿੰਦੇ ਉੱਥੇ ਮੈਂ ਤਪੱਸਿਆ ਕਰਿਆ ਕਰਦਾ ਸੀ, ਬੜੀ ਤਪੱਸਿਆ ਮੈਂ ਕੀਤੀ। ਦਵੈਤ ਇੱਕ ਰੂਪ ਹੋ ਗਿਆ। ਕਹਿੰਦੇ ਇੱਕ ਪਰਮਾਤਮਾ ਸੀ, ਫਿਰ ਮੈਂ ਸੀ, ਅਸੀਂ ਇੱਕੋ ਰੂਪ ਹੋ ਗਏ। ਪਰਮਾਤਮਾ ਮੈਨੂੰ ਸੱਦ ਲਿਆ ਆਪਣੇ ਕੋਲ, ਕਹਿੰਦਾ ਵੀ ਮੈਂ ਤੈਨੂੰ ਮਾਤ ਲੋਕ 'ਤੇ ਭੇਜਣਾ।
ਕਦੇ ਮੈਂ ਕਿਹਾ ਜੀ ਬਾਬਾ ਇੱਥੇ ਜੀ ਲੱਗਾ ਹੈ ਤੁਹਾਡੇ ਚਰਨਾਂ 'ਚ, ਅਤੇ ਵੀ ਤੁਸੀਂ ਮੈਨੂੰ ਇੱਥੇ ਨਹੀਂ ਕਹਿੰਦੇ, ਤੇ ਤੁਸੀਂ ਕੰਮ ਲੈਣਾ, ਤੂੰ ਜਾ ਫਲਾਣੇ ਦੇ ਘਰ ਜਾ ਕੇ ਤੂੰ ਜਨਮ ਲੈਣਾ, ਆ ਤੂੰ ਕੰਮ ਕਰਨਾ। ਕੁਬੁੱਧ ਕਰਨ ਤੇ ਲੋਕ ਹਟਾ ਲੋਕਾਂ ਨੂੰ ਮਾੜੇ ਕੰਮ ਕਰਨ ਦੇ ਲੱਗੇ ਹੋਏ ਨੇ। ਸਾਰਾ ਸਮਝਾ ਕੇ ਫਿਰ ਉਹਨਾਂ ਨੇ ਸੰਸਾਰ 'ਤੇ ਭੇਜਿਆ ਕਿ ਇੰਨੇ ਸਮਾਂ ਤੈਨੂੰ ਦਿੱਤਾ, ਤੂੰ ਇਹ ਕੰਮ ਕਰਕੇ ਵਾਪਸ ਹੀ ਸਾਡੇ ਕੋਲ ਆ ਜਾਣਾ। ਪਹਿਲਾਂ ਡਿਊਟੀ ਉੱਥੋਂ ਲਾ ਕੇ ਭੇਜਦਾ, ਤੂੰ ਆਹ ਕਰਨਾ, ਤੂੰ ਆਹ ਕਰਨਾ। ਉਸੇ ਤਰ੍ਹਾਂ ਫਿਰ ਬੰਦਾ ਕਰਦਾ, ਉਸੇ ਤਰ੍ਹਾਂ ਉਹਦੀ ਰੁਚੀ ਹੋ ਜਾਂਦੀ ਹੈ, ਉਹਦੀ ਰੁਚੀ ਫਿਰ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਜਿਨ ਧਾਰੇ ਬਹੁ ਧਰਨ ਆਗਾਸ, ਜਿਹਨੇ ਬੜੇ ਧਰਤੀਆਂ ਅਤੇ ਆਕਾਸ਼ਾਂ ਨੂੰ ਓਟ ਆਸਰਾ ਦਿੱਤਾ ਹੋਇਆ ਹੈ। ਜਾ ਕੀ ਜੋਤ ਜੀ ਪ੍ਰਗਾਸ, ਜਿਹਦੀ ਜੋਤ ਸਾਰੇ ਜੀਵਾਂ 'ਚ ਚਾਨਣ ਕਰ ਰਹੀ, ਉਹਦੇ 'ਚ ਵੀ ਉਹਦੇ ਗਗਨ ਮੈਂ ਥਾਲ, ਸਾਰੇ ਜੀਵਾਂ 'ਚ ਪਰਮਾਤਮਾ ਦੀ ਜੋਤ ਹੀ ਕੰਮ ਕਰ ਰਹੀ ਹੈ। ਜਾ ਕੀ ਬਖਸ਼ ਨਾ ਮੇਟੇ ਹੋਏ, ਜੇ ਪਰਮਾਤਮਾ ਕਿਸੇ ਦੇ ਬਖਸ਼ਿਸ਼ ਕਰਦੇ ਨਾ, ਦੂਜਾ ਸੜੀ ਜਾਓ ਭੁੱਜੀ ਜਾਓ ਜੋ ਮਰਜ਼ੀ ਪਿਆ ਕਰੋ, ਉਹਦੀ ਬਖਸ਼ ਨੂੰ ਕੋਈ ਨਹੀਂ ਮਿਟਾ ਸਕਦਾ। ਲੋਕਾਂ ਨੇ ਸਾਨੂੰ ਕੋਈ ਚੀਜ਼ ਦਿੱਤੀ ਆ, ਵਾਪਸ ਲੈ ਸਕਦੇ ਨੇ, ਪਰਮਾਤਮਾ ਨੇ ਸਾਨੂੰ ਕੋਈ ਚੀਜ਼ ਦੀ ਕੋਈ ਖੋ ਨਹੀਂ ਛੱਡ ਸਕਦਾ, ਉਹਦੀ ਬਖਸ਼ ਨੂੰ ਮਿਟਾ ਹੀ ਨਹੀਂ ਕੋਈ ਸਕਦਾ ਹੈਗਾ। ਫਿਰ ਕਿ ਜਿਸ ਜਾ ਕੀ ਬਖਸ਼ ਨ ਮੇਟੈ ਕੋਏ, ਸਿਮਰ ਸਿਮਰ ਪ੍ਰਭ ਨਿਰਭਉ ਹੋਏ। ਇਹੋ ਜਿਹੇ ਪਰਮਾਤਮਾ ਸਿਮਰਨ ਕਰ ਕਰਕੇ ਤੂੰ ਵੀ ਨਿਰਭਉ ਹੋ ਜਾ, ਤੂੰ ਵੀ ਨਿਰਭਉ ਹੋ ਜਾ। ਉਹ ਤਾਂ ਨਿਰਭਉ ਹੈ ਹੀ ਹੈ। ਗੁਰਬਾਣੀ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ। ਪਰਮਾਤਮਾ ਨਿਰਭਉ ਹੈ, ਉਹਦਾ ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ, ਹੌਲੀ ਹੌਲੀ ਤੁਹਾਡੇ ਅੰਦਰ ਵੀ ਡਰ ਖਤਮ ਹੁੰਦੇ ਜਾਣਗੇ। ਆਠ ਪੈਰ ਸਿਮਰੋ ਪ੍ਰਭ ਨਾਮ, ਕਹਿੰਦੇ 8 ਪੈਰ ਪਰਮਾਤਮਾ ਦਾ ਸਿਮਰਨ ਕਰੋ, ਪ੍ਰਸ਼ਨ ਨਹੀਂ ਕਰਨੇ। ਫਿਰ ਸਾਡੇ ਡਿਊਟੀਆਂ ਕੌਣ ਕਰੇਗਾ ਜੀ, ਅਸੀਂ ਬੈਂਕ ਕਿਵੇਂ ਜਾਵਾਂਗੇ ਜੀ, ਅਸੀਂ ਦਿਹਾੜੀ ਕਿਵੇਂ ਕਰਾਂਗੇ ਜੀ, ਅਸੀਂ ਫਲਾਣਾ ਕਿਵੇਂ ਕਰਨਾ ਕੁਰਨਾ, ਕਿਸੇ ਨੂੰ ਕੁਛ ਹੈ ਹੀ ਨਹੀਂ। ਅੱਗੋਂ ਪ੍ਰਸ਼ਨ ਪੁੱਛਣ ਲੱਗ ਜਾਣਗੇ, ਫਿਰ ਜੀ ਡਿਊਟੀਆਂ 'ਤੇ ਕਿਵੇਂ ਜਾਵਾਂਗੇ ਜੀ, ਮੈਂ ਤਾਂ ਪਹਿਲਾਂ ਪਾਠ ਦੇ ਸਿਮਰਨ ਕਰਤੇ ਸਹੀ, ਦੇਖਦੇ ਤੇ ਤਾਂ 5 ਮਿੰਟ ਨਹੀਂ ਹੋਣਾ, ਉਬਾਸੀਆਂ ਆ ਜਾਣਗੀਆਂ, ਚਲੋ ਜੀ ਡਿਊਟੀ 'ਤੇ ਚੱਲੀਏ। ਤਾਂ ਇਹ ਤਾਂ ਔਖਾ ਕੰਮ ਹੈ, ਇਹ ਔਖਾ ਕੰਮ। ਮੈਂ ਕਹਿਣੀ ਆਸਾਨ ਹੁੰਦਾ, ਦੇਖਣ ਨੂੰ ਵਾਹਿਗੁਰੂ ਕਰਨਾ ਕੀ ਔਖਾ ਹੈ। ਜੇ ਆਪਾਂ ਕਹੀਏ ਕੋਈ ਚੱਲ ਕਿਹੜਾ ਬਾਣੀ ਪੜ੍ਹਨੀ ਜੀ, ਮੈਨੂੰ ਤਾਂ ਪੜ੍ਹਨੀ ਨਹੀਂ ਆਉਂਦੀ, ਵਾਹਿਗੁਰੂ ਵਾਹਿਗੁਰੂ ਕਰਨਾ ਕੋਈ ਪਲਕ ਜੋ ਲੱਗਦਾ ਬੰਦਾ ਚੰਗੇ ਪਲ, ਉਹ ਬਾਬਾ ਜੀ ਔਰ ਉਬਾਸੀਆਂ ਹੁੰਦੀਆਂ ਜੀ। ਮੈਂ ਭਾਈ ਸਭ ਨੂੰ ਆਉਂਦੀਆਂ ਨੇ, ਕੋਈ ਉੱਤੋਂ ਨਹੀਂ ਡਿੱਗਿਆ ਹੁੰਦਾ, ਸਾਰੇ ਇਸੇ ਹਾਲ 'ਚ ਲੰਘੇ ਹੁੰਦੇ ਨੇ। ਇਹਨਾਂ ਦਾ ਜਿਨ੍ਹਾਂ ਦੀ ਪਹਿਲੇ ਪਿਛਲੇ ਜਨਮ ਦੀ ਕਮਾਈ ਜ਼ਿਆਦਾ ਹੁੰਦੀ ਹੈ, ਉਹਨਾਂ ਦੀ ਬਿਰਤੀ ਪਾਈ ਥੋੜ੍ਹੀ ਛੇਤੀ ਲੱਗ ਜਾਂਦੀ ਹੈ। ਬਾਕੀ ਇਸ ਤਰ੍ਹਾਂ ਚੱਲਦਾ, ਸਾਰੇ ਇਸ ਤਰ੍ਹਾਂ ਹੁੰਦਾ। ਕੋਈ ਸਮੇਂ ਬਾਅਦ ਇੱਧਰ ਚਲੇ ਗਿਆ ਧਿਆਨ, ਫਿਰ ਮੁੜ ਲੈਂਦਾ, ਫਿਰ ਹੌਲੀ ਹੌਲੀ। ਫਿਰ ਮੈਂ ਉਦਾਹਰਨ ਦਿੰਦਾ ਹੁੰਦਾ, ਮੈਂ ਇੱਕ ਕੁੱਤਾ ਉਹ ਵਾਰਾ, ਤੁਸੀਂ ਉਹਨੂੰ ਸੰਗਲੀ ਪਾ ਕੇ ਬੰਨ੍ਹ ਲਓ, ਦੇਖਿਓ ਫਿਰ ਉਹਦਾ ਤਮਾਸ਼ਾ। ਉਹ ਨਾ ਕਦੇ ਅੱਗੇ ਨੂੰ ਜਾਊਗਾ, ਕਦੇ ਪਿੱਛੇ ਨੂੰ ਜਾਏਗਾ, ਕਦੇ ਐਂ ਸਿਰ ਕਰੇਗਾ ਸੰਗਲੀ 'ਚ ਨਿਕਲ ਜੇ। ਬੜਾ ਮਤਲਬ ਵੇਖਣ ਵਾਲਾ ਹੁੰਦਾ ਉਹਦਾ ਵੀ ਹਾਂ ਮੈਂ ਇਸ ਸੰਗਲੀ 'ਚੋਂ ਨਿਕਲ ਜਾ, ਛੁੱਟ ਜਾ। ਪਰ ਹੁਣ 15-20 ਦਿਨ ਇਸ ਤਰ੍ਹਾਂ ਰੋਟੀ ਪਾਣੀ ਦਹੀਂ 'ਚ ਬੰਨੀ ਜਾਓ, ਫਿਰ ਆਪੇ ਆਦੀ ਹੋ ਜਾਂਦਾ। ਫਿਰ ਤੁਸੀਂ ਸੰਗਲੀ ਲਾਹ ਵੀ ਦਿਓਗੇ ਤਾਂ ਵੀ ਉੱਥੇ ਆ ਕੇ ਬਹਿ ਜਾਏਗਾ ਆਪਣੀ ਥਾਂ 'ਤੇ। ਐਂ ਇਹ ਮਾਨੇ ਜਦੋਂ ਅਸੀਂ ਭਜਨਬੰਦੀ ਦੇ ਲਾਉਣੇ ਨਾ, ਐਂ ਸਮਝਦੇ ਗਲ 'ਚ ਸੰਗਲੀ ਪੈ ਗਈ, ਬਸ ਨਿਕਲਣ ਦੀ ਕੋਸ਼ਿਸ਼ ਕਰਦਾ, ਬਸ ਜੇ ਪਾਈ ਰੱਖੋ ਪਾਈ ਰੱਖੋ। ਪੰਜਾਬੀ ਦੀ ਕਹਾਵਤ, ਊਠ ਤਾਂ ਅੜੀਂਦੇ ਹੀ ਲੰਦੀਂਦੇ ਨੇ। ਉੱਧਰ ਅਸੀਂ ਜਦ ਬਠਿੰਡੇ ਵਾਲੀ ਸਾਡੀ ਜ਼ਮੀਨ ਸੀ, ਉੱਥੇ ਉੱਧਰ ਊਠ ਜ਼ਿਆਦਾ ਹੁੰਦੇ ਸਨ, ਕਿਉਂਕਿ ਰੇਤਲੇ ਇਲਾਕੇ ਦੇ ਵਿੱਚ ਪੈਰ ਨਹੀਂ ਖੁੱਬਦੇ ਊਠ ਦੇ, ਅਤੇ ਦੂਜੇ ਡੰਗਰਾਂ ਦੇ ਪੈਰ ਖੁੱਬਦੇ ਸਨ ਰੇਤੇ 'ਚ, ਇਸ ਲਈ ਉੱਧਰ ਬਹੁਤੇ ਊਠ ਹੁੰਦੇ ਸਨ। ਊਠ 'ਤੇ ਹੁਣ ਭਾਰ ਲੱਦਣੇ, ਜੋ ਖੜਾ ਹੋ ਗਿਆ ਅਤੇ ਕਿੰਨਾ ਉੱਚਾ ਹੋ ਗਿਆ ਭਾਰ, ਹੁਣ ਬਿਠਾ ਲੈਂਦੇ ਸੀ, ਬਹਿ ਜਾ, ਬਿਠਾ ਕੇ ਜਿਹੜੇ ਅੱਗੇ ਗੋਡੇ ਸਨ ਰੱਸੀ ਬੰਨ੍ਹ ਦਿੰਦੇ ਸੀ ਦੋਨੋਂ ਗੋਡੇ, ਤਾਂ ਜੋ ਉੱਠ ਨਾ ਸਕੇ ਇਹ। ਅਤੇ ਫਿਰ ਉਸ 'ਤੇ ਭਾਰ ਲੱਦੀ ਜਾਣਾ, ਉਹਨੇ ਆਂ ਕਰੀ ਜਾਣਾ, ਅਗਲਾ ਲੱਦੀ ਜਾਣਾ। ਅਤੇ ਕਹਾਵਤ ਊਠ ਤਾਂ ਅੜੀਂਦੇ ਹੀ ਲਦੀਂਦੇ ਨੇ, ਇਹਨਾਂ ਆਂ ਕਰੀ ਜਾਣਾ, ਲੱਦੀ ਚੱਲੋ।
ਇਹ ਸਾਡੇ ਮਨ ਨੇ ਕਰੀ ਜਾਣਾ, ਕਰੀ ਚੱਲ, ਤੂੰ ਕਿੰਨੀ ਕੁ ਦੇਰ ਕਰੇਗਾ, ਲੱਦੀ ਜਾਓ ਪਾਰ, ਲੱਗੇ ਰਹੋ, ਆਪੇ ਹੌਲੀ ਹੌਲੀ ਠੀਕ ਹੋ ਜਾਏਗਾ। ਹਾਂਜੀ, ਤਾਂ ਮੈਂ ਉਦਾਹਰਨਾਂ ਕੁੱਤਿਆਂ ਦੀ ਇਹਨੇ ਦਿੱਤੀ ਹੈ। ਕੋਈ ਵੀ ਮਨ ਅਵਾਰਾ ਗਰਦ ਹੈ, ਔਰ ਇਹ ਸਦੀਆਂ ਤੋਂ ਅਵਾਰਾ ਗਰਦ ਹੈ। ਇੰਨੀ ਦੇਰ ਦੇ ਅਵਾਰਾ ਗਰਦ ਮਨ ਨੂੰ ਕੰਟਰੋਲ ਕਰਨ 'ਚ ਟਾਈਮ ਲੱਗੇਗਾ, ਕਾਲੇ ਨਹੀਂ ਪੈਣਾ। ਹਾਂ, ਇੱਕ ਛੱਡ ਯਾਰ ਪਰਾਂ, ਜਿਹੜੇ ਨਹੀਂ ਭਜਨਬੰਦੀ ਕਰਦੇ ਉਹਨਾਂ ਦੀ ਕੀ ਟੰਗ ਟੁੱਟ ਗਈ ਹੈ। ਆਹ ਜਿਹੜੇ ਭਜਨਬੰਦੀ ਕਰਦੇ ਉਹ ਵੀ ਤਾਂ ਹਸਪਤਾਲ ਪਏ ਨੇ। ਛੱਡ ਲੈ, ਮਨ ਇਹ ਗੱਲ ਤੁਸੀਂ ਛੱਡੋ ਜੀ, ਵਾਕਈ ਇਹ ਬਹੁਤ ਮਨ ਇਹਨੇ ਕਿਹਾ, ਮਨ ਖੁਟਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ ਹੈ, ਖੋਟੇ ਮਨ ਮੈਨੂੰ ਤੇਰੇ 'ਤੇ ਕੋਈ ਵਿਸ਼ਵਾਸ ਨਹੀਂ। ਐਂ ਕਹਿਣ ਲੱਗ ਜੂਗਾ। ਲੈ ਕਹਿੰਦੇ ਜੀ ਨਾਮ ਜਪਣਾ ਤੰਦਰੁਸਤ ਰਹਿੰਦਾ ਆਦਮੀ। ਕਹਿੰਦਾ ਆਓ ਆ ਬਾਬਿਆਂ ਨੂੰ ਮੈਂ ਦਿਖਾਉਣਾ, ਸਾਰੇ ਬਿਮਾਰ ਨੇ। ਤੁਸੀਂ ਕਹੋਗੇ ਹਾਂ ਵਾਕਈ ਯਾਰ ਹੈਣ ਤੇ ਬਿਮਾਰ, ਫਿਰ ਛੱਡੋ ਪਰ ਕਾਹਨੂੰ ਇਹ ਲੱਗੂ ਕਹਿੰਦੇ ਬਿਮਾਰ ਜੇ ਮਾਰਨ। ਇਸ ਤਰ੍ਹਾਂ ਮਨ ਕਹਿ ਦਿੰਦਾ, ਉਹ ਹਟਾ ਦਿੰਦਾ ਉਧਰ। ਮਨ ਦੀ ਨਹੀਂ ਮੰਨਣੀ, ਗੁਰੂ ਦੀ ਮੰਨਣੀ। ਜੇ ਕਿਤੇ ਸਿੱਖ ਯਾਦ ਰੱਖੇ ਨਾ ਵੀ ਮਨ ਨੇ ਤਾਂ ਐਂ ਕਹੀ ਜਾਣਾ, ਉਹ ਛੱਡ ਪਰਾਂ ਕਿਆ ਇਹਦੇ 'ਚ ਪਿਆ, ਉਹ ਖਾਓ ਪੀਓ ਮੌਜ ਕਰੋ, ਪਤਾ ਨਹੀਂ ਦੁਬਾਰਾ ਮਨੁੱਖਾ ਜੀਰ ਮਿਲਣਾ ਕਿ ਨਹੀਂ ਮਿਲਣਾ। ਐਵੇਂ ਮਾਰੀ ਜਾਂਦੇ ਨੇ ਗੱਲਾਂ ਜੀ। ਧਰਮਰਾਜ ਹੁੰਦਾ, ਜਮਰਾਜ ਨੇ ਜਦੋਂ ਆਉਣਗੇ ਦੇਖੀ ਜਾਊ। ਦੇਖੀ ਉਹਨਾਂ ਚਿਰ ਪਹਿਲੇ ਹੀ ਕਿਉਂ ਡਰੀ ਜਾਣੇ, ਦੇਖੀ ਜਾਊ ਜਦੋਂ ਆਉਣਗੇ। ਲੈ ਐਂ ਕਹੀ ਜਾਊਗਾ ਮਨ। ਨਹੀਂ, ਨਾਲ ਨਾਲ ਗੁਰੂ ਦੀ ਗੱਲ ਯਾਦ ਰੱਖਣੀ ਵੀ ਅਸੀਂ ਮਨ ਦੀ ਨਹੀਂ ਮੰਨਣੀ। ਜਦ ਬਾਣੀ ਨੇ ਕਲੀਅਰ ਕਿ ਮਨ ਹੈਗਾ ਖੋਟਾ। ਦੇਖੋ ਖੋਟੇ ਬੰਦੇ ਨੇ ਤੁਹਾਨੂੰ ਕਦੇ ਚੱਜ ਦੀ ਸਲਾਹ ਨਹੀਂ ਦੇਣੀ। ਕੀ ਪੀਣ ਵਾਲਾ ਤੁਹਾਨੂੰ ਕਹੇਗਾ ਵੀ ਨਹੀਂ ਪੀਣੀ ਚਾਹੀਦੀ, ਉਹ ਤਾਂ ਪੀਓ ਯਾਰ, ਕੀ ਆ ਘਾਹ ਖਾਣੇ ਫੂਸ ਖਾਣੇ ਜੇ ਇਕੱਠੇ ਹੋ ਗਏ ਨੇ। ਉਹ ਬਾਬਾ ਵਿਹਲਾ, ਧੀ ਨਹੀਂ ਪੁੱਤ ਨਹੀਂ ਹੈ, ਉਹਨੇ ਬਿਠਾਈ ਰੱਖਦਾ ਹੈ ਬਸ, ਵੀ ਭਲਿਆ ਮਾਨਸਾ ਆਪ ਵੀ ਖਾ ਲੈ, ਇਹਨਾਂ ਨੂੰ ਖਾਣ ਪੀਣ। ਕਹਿੰਦੇ ਉਹਨੇ ਤਾਂ ਇਸ ਲਈ ਕੰਮ ਸ਼ੁਰੂ ਕੀਤਾ, ਉਹਦਾ ਜਵਾਕ ਨਹੀਂ ਜੱਲਾ ਨਹੀਂ, ਜੀ ਨਹੀਂ ਸੀ ਵਿਚਾਰੇ ਦਾ ਲੱਗਦਾ, ਉਹਨੇ ਤਾਂ ਜੀ ਲਾਉਣ ਲਈ ਕੰਮ ਸ਼ੁਰੂ ਕਰ ਲਿਆ ਵੀ ਚਲੋ ਜੀ ਜੂ ਲੱਗੇ ਰਹੇਗੇ। ਦੇਖੋ ਸੋਚ ਹੈ ਨਾ ਆਪਣੀ ਆਪਣੀ। ਉਹਨਾਂ ਮਤਲਬ ਪਤਾ ਨਹੀਂ ਇਹ ਸੌਖਾ ਕੰਮ ਹੈ, ਪਤਾ ਨਹੀਂ। ਹਾਂ, ਇਹ ਨਹੀਂ ਪਤਾ ਲੱਗ ਕੇ ਦੇਖਤਾ ਸੀ ਇਸ ਪਾਸੇ, ਜੇ ਤੂੰ 10 ਮਿੰਟ ਨਹੀਂ ਬਹਿਣਾ ਭੱਜੇਂਗੇ, ਉੱਠ ਗਏ। ਇਸ ਤਰ੍ਹਾਂ ਮਨ ਖੋਟਾ ਹੈ, ਇਹਨੇ ਤੇ ਕਹੀ ਜਾਣੇ ਕੁਝ ਨਾ ਕੁਝ। ਇਹ ਉਦਾਹਰਨਾਂ ਬੜੀ ਤਗੜੀਆਂ ਦਿੰਦਾ ਹੈ। ਮੈਂ ਤੈਨੂੰ ਦਿਖਾਵਾਂ, ਕਹਿੰਦੇ ਨੇ ਜੀ ਆਹ ਫਲਾਣੇ ਸੰਤ 10 ਸਾਲ ਹੋ ਗਏ ਬਿਮਾਰ ਹੋਏ ਨੂੰ, ਜੇ ਨਾਮ ਜਪਣਾ ਤੰਦਰੁਸਤੀ ਮਿਲਦੀ, ਇਹ ਨਾ ਤੰਦਰੁਸਤ ਹੁੰਦੇ, ਇਹ ਕੋਈ ਘੱਟ ਨਾਮ ਜਪਦੇ ਨੇ ਕਿ ਬਿਮਾਰੀ ਜਾਂਦੇ, ਨਾਮ ਜਪਣਾ ਤੰਦਰੁਸਤੀ ਮਿਲਦੀ। ਤੈਨੂੰ ਫਲਾਣਾ ਦਿਖਾਵਾਂ, ਇਹ ਮਨ ਐਂ ਕਹੀ ਜਾਊ, ਤੁਹਾਨੂੰ ਹਟਾ ਦੂਗਾ। ਕਿਉਂਕਿ ਖੋਟੇ ਬੰਦੇ ਨੇ ਤੁਹਾਨੂੰ ਚਾਹੀਦੀ ਸਲਾਹ ਦੇਣੀ ਹੀ ਨਹੀਂ ਹੈ, ਅਤੇ ਅਸੀਂ ਸਲਾਹ ਮਨ ਤੋਂ ਲੈਂਦੇ ਹਾਂ, ਬਸ ਉਹ ਸਾਨੂੰ ਵਕਤ ਪਾਈ ਰੱਖਦਾ ਹੈ। ਅਤੇ ਸਿਆਣਾ ਹੈਗਾ ਗੁਰੂ ਮਹਾਰਾਜ, ਸਲਾਹ ਜਿਹੜੀ ਲੈਣੀ ਗੁਰੂ ਤੋਂ ਲੈਣੀ। ਅਤੇ ਗੁਰੂ ਕਹਿੰਦਾ ਭਈ ਔਖੇ ਹੋਵੋ ਸੌਖੇ ਹੋਵੋ, ਨਾਮ ਜਪੋ। ਹੌਲੀ ਹੌਲੀ ਇਹ ਅਵਾਰਾ ਗਰਦ ਮਨ ਜਿਹੜਾ ਹੈ, ਹੌਲੀ ਹੌਲੀ ਅਵਾਰਾ ਕੁੱਤੇ ਵਾਂਗੂ ਫਿਰ ਹੌਲੀ ਟਿਕ ਜਾਏਗਾ, ਫਿਰ ਆਪਣੇ ਆਪ ਹੀ ਆਪਣੇ ਕਿੱਲੇ 'ਤੇ ਆ ਕੇ ਬਹਿ ਜਾਏਗਾ। ਫਿਰ ਇੰਨਾ ਵਫਾਦਾਰ ਰੱਬ ਦਾ ਹੋ ਜਾਏਗਾ, ਜਿਵੇਂ ਤੁਸੀਂ ਆਪਣੇ ਪਾਲੇ ਹੋਏ ਕੁੱਤੇ ਨੂੰ ਡੰਡਾ ਮਾਰੋ ਕਿਸੇ ਗੱਲ ਕਰਕੇ ਨਾਰਾਜ਼ ਹੋ ਕੇ, ਉਹ ਚੌਂ ਚੌਂ ਕਰਦਾ ਨਾ, ਬਾਹਰ ਨਿਕਲ ਜਾ ਗੇਟ ਤੋਂ, ਫਿਰ ਆ ਜਾਂਦਾ ਮਿੰਟ ਬਾਅਦ, ਫਿਰ ਆ ਜਾਂਦਾ, ਫਿਰ ਆ ਜਾਏਗਾ। ਇਸ ਜੇ ਰੱਬ ਨੇ ਕਦੇ ਝਿੜਕ ਵੀ ਦਿੱਤਾ ਹੈ, ਕੋਈ ਨਹੀਂ, 1-2 ਮਿੰਟ ਬਾਅਦ ਅਸੀਂ ਫਿਰ ਲੱਗ ਜਾਏਗੇ ਵੀ ਚੱਲ ਕੋਈ ਨਾ, ਕੋਈ ਝਿੜ ਗਿਆ। ਅਤੇ ਜੇ ਨਹੀਂ ਨਾ ਤਾਂ ਝਿੜਕਦੇ, ਲੈ ਮੈਨੂੰ ਕਿਉਂ ਝਿੜਕਦਾ, ਮੈਂ ਨਹੀਂ ਆਉਂਦਾ ਮੁੜ ਕੇ ਇੱਥੇ, ਕਿਉਂਕਿ ਅਜੇ ਨਵਾਂ ਹੈਗਾ, ਕਹਿੰਦਾ ਮੈਂ ਨਹੀਂ ਆਉਂਦਾ, ਮੈਨੂੰ ਤਾਂ ਗਿਆ ਨੂੰ ਝਿੜਕਦਾ ਹੈ। ਇਹ ਤਾਂ ਝਿੜਕਾਂ ਤਾਂ ਪੈਣੀ ਪੈਣੀ। ਹੁਣ ਵਿਦਿਆਰਥੀ ਕਹੇ ਲੈ ਸਰ ਤਾਂ ਮੈਨੂੰ ਪਹਿਲੇ ਦਿਨ ਝਿੜਕਦਾ, ਮੈਂ ਨਹੀਂ ਸਕੂਲੇ ਜਾਂਦਾ, ਫਿਰ ਐਂ ਕਿਵੇਂ ਕੰਮ ਚੱਲੇਗਾ। ਗੁਰੂ ਨੇ ਤਾਂ ਝਿੜਕਣਾ ਵੀ ਹੈ, ਬੜਾ ਕੁਛ ਕਹਿਣਾ ਗੁਰੂ ਮਹਾਰਾਜ ਨੇ। ਇਹ ਤਾਂ ਜੇ ਬਾਣੀ ਤੁਸੀਂ ਧਿਆਨ ਨਾਲ ਪੜ੍ਹ ਲੱਗਦਾ ਵੀ ਕਿੰਨੇ ਝਿੜਕਾਂ ਇਹਦੇ ਵਿੱਚ ਪਈਆਂ ਹੋਈਆਂ ਹਨ। ਇਸ ਲਈ ਅਸੀਂ ਮਨ ਦੀ ਨਹੀਂ ਮੰਨਣੀ, ਗੁਰੂ ਦੀ ਮੰਨਣੀ। ਬਸ ਹਮੇਸ਼ਾ ਯਾਦ ਰੱਖਣਾ, ਮਨ ਨੇ ਕਦੇ ਵੀ ਸਾਨੂੰ ਸਿੱਧੇ ਪਾਸੇ ਨਹੀਂ ਜਾਣ ਦੇਣਾ। ਗੁਰੂ ਮਹਾਰਾਜ ਸਾਨੂੰ ਸਮੱਤ ਦਿੰਦੇ ਨੇ, ਗੁਰੂ ਮਹਾਰਾਜ ਦੀ ਅਗਵਾਈ ਦੇ ਵਿੱਚ ਅਸੀਂ ਆਪਣਾ ਜੀਵਨ ਜਿਉਣਾ, ਤਾਂ ਹੀ ਅਸੀਂ ਵਧੀਆ ਜੀਵਨ ਜਿਉ ਸਕਦੇ ਹਾਂ। ਸੋ ਗੁਰੂ ਮਹਾਰਾਜ ਕਹਿੰਦੇ 8 ਪਹਿਰ ਸਿਮਰੋ ਪ੍ਰਭ ਨਾਮ। ਇਹ ਭਈ 8 ਪਹਿਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਫਿਰ ਕੀ ਹੈ, ਅਨੇਕ ਤੀਰਥ ਮੱਜਨ ਇਸ਼ਨਾਨ,
ਅਨੇਕਾਂ ਤੀਰਥਾਂ ਜਿਹੜੇ ਇਸ਼ਨਾਨ ਕਰਨ ਦਾ ਫਲ ਮਿਲਦਾ ਨਾ, ਉਹਦੇ ਨਾਮ ਜਪਣ 'ਚ ਹੀ ਮਿਲ ਜਾਣਾ। ਤੁਹਾਨੂੰ ਲੋੜ ਨਹੀਂ ਤੀਰਥਾਂ ਦਾ ਇਸ਼ਨਾਨ ਕਰਨ ਦੀ। ਤੁਹਾਨੂੰ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਹੀ 68 ਤੀਰਥਾਂ ਦੇ ਇਸ਼ਨਾਨ ਹੈ। ਇਸ ਲਈ ਸਿੱਖ ਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ, ਕਿਤੇ ਇਸ਼ਨਾਨ ਕਰਨ ਦੀ ਲੋੜ ਨਹੀਂ। ਆਪਣਾ ਸਿਮਰਨ ਕਰਦੇ ਰਹੋ, ਇਹਦੇ ਵਿੱਚ ਹੀ ਸਭ ਕੁਛ ਹੈ। ਪਾਰ ਬ੍ਰਹਮ ਕੀ ਸ਼ਰਨੀ ਪਾਹੇ, ਕੋਟ ਕਲੰਕ ਖਿੰਨ ਮਹਿ ਮਿਟ ਜਾਏ। ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਨਾ, ਇੱਕ ਸੈਕੜ ਸ਼ਰਨ 'ਚ ਆਉਂਦੇ ਸਾਰੇ ਕੋਟ ਕਰੋੜਾਂ ਕਲੰਕ ਜਿਹੜੇ ਪਾਪ ਕੀਤੇ ਹੋਏ ਨੇ, ਉਹ ਖਿੰਨ ਮੈਂ ਇੱਕ ਸੈਕੰਡ 'ਚ ਮਿਟ ਜਾਂਦੇ ਹਨ। ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ। ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਕਿ ਹੇ ਪਰਮਾਤਮਾ, ਅੱਜ ਤੋਂ ਬਾਅਦ ਜੋ ਤੂੰ ਕਹੇਗਾ ਬਸ ਮੈਂ ਉਹੀ ਕਰਾਂਗਾ, ਮੈਂ ਆਪਣੀ ਮਰਜ਼ੀ ਨਹੀਂ ਕਰਾਂਗਾ। ਅਤੇ ਤੁਸੀਂ ਕਹੋਗੇ ਸਾਨੂੰ ਕੀ ਪਤਾ ਪਰਮਾਤਮਾ ਕਹਿੰਦਾ? ਆਹ ਜਿਹੜੀ ਬਾਣੀ ਹੈ ਪਰਮਾਤਮਾ ਦੀ ਹੈ, ਇਹ ਜਿਵੇਂ ਬਾਣੀ ਕਹਿੰਦੇ ਉਵੇਂ ਕਰਨਾ। ਬਸ ਇਹੀ ਗੁਰੂ ਦੀ ਸ਼ਰਨ 'ਚ ਆਉਣਾ, ਇਹੀ ਪਰਮਾਤਮਾ ਦੀ ਸ਼ਰਨ 'ਚ ਆਉਣਾ। ਔਖਾ ਤਾਂ ਬੜਾ ਹੁੰਦਾ, ਇਹ ਕਹਿਣਾ ਆਸਾਨ ਹੈ। ਬਾਣੀ ਅਨੁਸਾਰ ਜੀਵਨ ਜਾਣਾ ਬੜਾ ਔਖਾ ਹੈ, ਪਰ ਜਿਨ੍ਹਾਂ ਆਪਾਂ ਆਪਣੀ ਮੰਜ਼ਿਲਾਂ 'ਤੇ ਪਹੁੰਚਣਾ ਹੁੰਦਾ ਹੈ ਉਹੀ ਪਹੁੰਚਦੇ ਨੇ। ਜਿਵੇਂ ਡਿਵੀਜ਼ਨਾਂ ਲੈਣੀਆਂ, ਕਲਾਸਾਂ 'ਚ ਫਸਟ ਸੈਕਿੰਡ ਹੋਣਾ, ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇੱਕ ਨੇ ਤਾਂ ਆਪਣੀ ਕਲਾਸ 'ਚ ਫਸਟ ਆਉਣਾ, ਇੱਕ ਨੇ 3-4 ਸੈਕਸ਼ਨਾਂ 'ਚ ਫਸਟ ਆਉਣਾ ਹੈ, ਇੱਕ ਨੇ ਜਿਹੜਾ ਜ਼ਿਲ੍ਹੇ 'ਚ ਫਸਟ ਆਉਣਾ, ਇੱਕ ਨੇ ਸਾਰੇ ਪੰਜਾਬ 'ਚ ਫਸਟ ਆਉਣਾ। ਦੇਖੋ ਫਿਰ ਕਿੰਨੀ ਮਿਹਨਤ ਅਤੇ ਕਿੰਨੇ ਦਿਮਾਗ ਦੀ ਲੋੜ ਹੈ ਤਾਂ ਜਾ ਕੇ ਪਹੁੰਚੇਗਾ ਨਾ ਉੱਥੇ। ਇਸੇ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਸਭ ਤੋਂ ਔਖੀ ਪ੍ਰਾਪਤੀ ਹੈ। ਉੱਥੇ ਪਹੁੰਚਣ ਲਈ ਬਹੁਤ ਸਾਲ ਅਤੇ ਬਹੁਤ ਮਿਹਨਤ ਦੀ ਲੋੜ ਹੈ, ਬੜੀ ਲਗਨ ਦੀ ਲੋੜ ਹੈ। ਜਦੋਂ ਅਸੀਂ ਇਸ ਰਾਹ 'ਤੇ ਤੁਰ ਪਾਂਗੇ ਨਾ, ਤੁਰੇ ਜਾਓ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਅਸੀਂ ਭਾਵਨਾ ਦੇ ਨਾਲ ਪਿਆਰ ਸਹਿਤ ਪਰਮਾਤਮਾ ਵੱਲੋਂ ਤੁਰ ਪਾਂਗੇ ਨਾ, ਕਹਿੰਦੇ ਤੁਸੀਂ ਇੱਕ ਕਦਮ ਪੁੱਟੋਗੇ ਰੱਬ ਵੱਲ ਨੂੰ, ਗੁਰੂ ਵੱਲ ਨੂੰ, ਗੁਰੂ ਕਰੋੜਾਂ ਕਦਮ ਚੱਲ ਕੇ ਅੱਗੇ ਲੈਣ ਆਵੇਗਾ। ਵੀ ਮੇਰਾ ਸਿੱਖ ਆ ਰਿਹਾ ਹੈ, ਆ ਰਿਹਾ। ਮੇਰੇ ਨਾਲ ਕਈ ਵਾਰ ਬੀਤੀ ਹੈ, ਉਹ ਵਾਰੀ ਵਾਰੀ ਦੱਸਣ ਨਾਲ ਸਾਰਾ ਅਸਰ ਹੀ ਖਤਮ ਹੋ ਜਾਂਦਾ ਹੈ। ਫਿਰ ਮੈਨੂੰ ਯਾਰ ਵਿਸ਼ਵਾਸ ਹੋ ਗਿਆ ਹੈ ਵੀ ਵਾਕਿਆ ਹੈ, ਵੀ ਵਾਕਈ ਗੁਰੂ ਦਾ ਉਹ ਤਾਂ ਇੱਥੋਂ ਤੁਰਨ ਹੀ ਲੱਗੇ ਆ ਅਤੇ ਉਹ ਪਹੁੰਚ ਗਏ, ਆ ਵੀ ਗਏ ਵੀ ਲੈ ਮੇਰਾ ਸਿੱਖ ਸੱਚੇ ਦਿਲੋਂ ਚੱਲ ਪਿਆ ਪਟਿਆਲੇ ਤੋਂ। ਕਿੱਥੇ ਹਜ਼ੂਰ ਸਾਹਿਬ, ਕਿੱਥੇ ਪਟਿਆਲੇ, ਅੱਗੇ ਹੀ ਆ ਮਿਲਣੇ ਹਨ। ਇਹ ਚੱਲ ਪਏ ਸਹੀ ਬੰਦਾ। ਹੌਲੀ ਕਈ ਵਾਰੀ ਮੈਂ ਦੇਖਿਆ ਹੌਲੀ ਹੌਲੀ ਸ਼ਰਧਾ ਭਾਵਨਾ ਘੱਟ ਜਾਂਦੀ ਹੈ, ਕਈ ਵਾਰੀ ਸ਼ਰਧਾ ਭਾਵਨਾ ਵੱਧ ਜਾਂਦੀ ਹੈ। ਸ਼ਰਧਾ ਭਾਵਨਾ ਫਲ ਲੱਗਦਾ ਵੀ ਅਸੀਂ ਯਾਤਰਾ ਜਿੱਥੇ ਚੱਲੇ ਹਾਂ ਕਿੰਨੀ ਸ਼ਰਧਾ ਭਾਵਨਾ ਨਾਲ ਜਾ ਰਹੇ, ਇਸ 'ਤੇ ਨਿਰਭਰ ਕਰਦਾ। ਇੱਕ ਚੱਲਿਆ ਹਜ਼ੂਰ ਸਾਹਿਬ ਨੂੰ, ਆਪਣੀ ਇੱਕ ਲੋੜ ਦੀ ਕਈ ਸਾਲਾਂ ਦੀ ਗੱਲ, ਮੈਂ ਹੋਰ ਵੀ ਕਿਤੇ ਜਾਣਾ, ਹਾਂ ਕਦੇ ਔਰੰਗਾਬਾਦ ਹੀ ਵੇਖ ਕੇ ਆਉਣਾ। ਮੈਂ ਫਿਰ 10 ਪਾਤਸ਼ਾਹ ਨਹੀਂ ਮਿਲਦੇ। ਕਦੇ ਕਿਉਂ? ਉਹ ਕਿਹੜੇ ਤੂੰ ਸੈਰ ਕਰਨ ਆਇਆ, ਇਹ ਤਾਂ ਜੇ ਤੂੰ ਸਿਰਫ ਅਤੇ ਸਿਰਫ ਗੁਰੂ ਮਹਾਰਾਜ ਜਾਏਗਾ ਨਾ ਮਿਲਣ 10ਵੇਂ ਪਾਤਸ਼ਾਹ ਨੂੰ, ਤੈਨੂੰ ਦਿਸਣ ਨਾ ਦਿਸਣ ਉਹ ਜ਼ਰੂਰ ਤੈਨੂੰ ਮਿਲਣਗੇ, ਕਿਉਂਕਿ ਤੁਝੇ ਲਈ ਉਹਨਾਂ ਨੂੰ ਮਿਲਣਾ, ਹੋਰ ਤੇਰੀ ਭਾਵਨਾ ਹੀ ਕੋਈ ਨਹੀਂ ਹੈਗੀ। ਤੂੰ ਤਾਂ ਦਰਸ਼ਨਾਂ ਨੂੰ ਚੱਲੇ, ਫਿਰ ਉਹ ਮਿਲਦੇ ਨੇ। ਜੇ ਅਸੀਂ ਪਏ ਹਾਂ ਜੋ ਆ ਵੀ ਵੇਖ ਆਈਏ, ਆ ਵੀ ਵੇਖ ਆਈਏ, ਫਿਰ ਉਹ ਕਦੇ ਤਾਂ ਸੈਰ ਸਪਾਟਾ ਕਰਨਾ ਹੋਇਆ, ਸੈਰ ਸਪਾਟਾ ਫਿਰ ਹੋਰ ਗੱਲ ਹੁੰਦੀ। ਉਸੇ ਨੂੰ ਹੀ ਸਿਰਫ ਮਿਲਣ ਜਾਣਾ, ਹੋਰ ਗੱਲ ਹੁੰਦੀ। ਉਹ ਭਾਵਨਾ ਸਾਡੀ ਵੇਖਦੇ ਨੇ। ਸਾਨੂੰ ਅਜੇ ਠੀਕ ਹੈ, ਸਾਡੀ ਅਵਸਥਾ ਇਹਦੀ ਉੱਚੀ ਵੀ ਸਾਨੂੰ ਨਹੀਂ ਦਿਸਦੇ, ਨਹੀਂ ਪਤਾ ਲੱਗਦਾ, ਪਰ ਇਹ ਵਿਸ਼ਵਾਸ ਰੱਖਣਾ ਚਾਹੀਦਾ ਕਿ ਮੈਂ ਜਿਸ ਨੂੰ ਮਿਲਣ ਚੱਲਿਆ ਉਹਨਾਂ ਮੈਨੂੰ ਮਿਲਣਾ ਹੀ ਮਿਲਣਾ। ਹਾਂ, ਆਪਾਂ ਨੂੰ ਨਾ ਦਿਸਣ, ਉਹ ਬੋਲ ਰਹੇ, ਆਪਾਂ ਨੂੰ ਨਾ ਪਤਾ ਲੱਗੇ, ਉਹ ਗੱਲ ਵੱਖਰੀ ਹੈ, ਉਹ ਗੱਲ ਵੱਖਰੀ। ਜਿਉਂ ਜਿਉਂ ਅਵਸਥਾ ਉੱਚੀ ਹੁੰਦੀ ਜਾਏਗੀ, ਤੁਹਾਨੂੰ ਪਹਿਲਾਂ ਕੀ ਮਹਿਸੂਸ ਹੋਏਗਾ ਬਈ ਗੁਰੂ ਮਹਾਰਾਜ ਨੇ ਕਮਰੇ 'ਚ ਐਂਟਰ ਕੀਤਾ, ਇੱਥੇ ਐਂਟਰ ਕੀਤਾ, ਤੁਹਾਨੂੰ ਇੱਥੇ ਬੈਠੇ ਪਤਾ ਲੱਗ ਜਾਏ ਵੀ ਇਹ ਕੋਈ ਆ ਗਈ ਰੂਹ ਅੰਦਰ। ਉਹਨਾਂ ਦੇ ਵੇਵਜ਼ ਜਿਹੜੇ ਸਾਡਾ ਜਿਹੜਾ ਹੈ ਰਿਸੀਵਰ ਆਨ ਹੈ। ਪਹਿਲਾਂ ਜਦੋਂ ਲੈਂਡਲਾਈਨ ਹੁੰਦੇ ਸੀ ਉਹ ਇੱਕ ਡੰਡ ਉੱਤੇ ਰੱਖਦੇ ਸੀ ਨਾ, ਜਦੋਂ ਰੱਖਦੇ ਨੇ ਉਹਨੇ ਬੰਦ ਹੋ ਜਾਣਾ। ਜੇ ਉਹਨੂੰ ਚੱਕਿਆ ਹੋਇਆ ਫਿਰ ਆਉਣ ਹੁੰਦਾ ਸੀ ਨਹੀਂ, ਉਹ
ਫਿਰ ਹੀ ਗੱਲਬਾਤ ਕਰ ਸਕਦੇ ਤੁਸੀਂ। ਇੱਧਰੋਂ ਸਾਡਾ ਰਿਸੀਵਰ ਹੋਵੇ ਆਉਣ, ਅਸੀਂ ਵੇਵਜ਼ ਨੂੰ ਕੈਚ ਕਰਨ ਜੋਗੇ ਹੋਈਏ, ਅਤੇ ਉੱਧਰ ਉਹ ਆ ਜਾਣ। ਜਿੰਨੀ ਜ਼ਿਆਦਾ ਪਾਵਰਫੁਲ ਆ ਰਹੀ ਹੋਵੇਗੀ ਰੂਹ, ਉਹ ਦੂਰੋਂ ਹੀ ਪਤਾ ਲੱਗਣ ਲੱਗ, ਦੂਰੋਂ ਉਹਦੀਆਂ ਵੇਵਜ਼ ਤੁਹਾਨੂੰ ਇੱਥੇ ਆ ਕੇ ਟਕਰਾਉਣਗੀਆਂ, ਔਰ ਤੁਹਾਨੂੰ ਅੰਦਰ ਜਿਨ ਝਰਨਾੜ ਛਿੜਦੇ ਨੇ, ਇਸ ਤਰ੍ਹਾਂ ਮਹਿਸੂਸ ਹੋਣਾ ਵੀ ਕੋਈ ਰੂਹ ਐਡੀ ਦੂਰੋਂ ਜ਼ਬਰਦਸਤ ਕੋਈ ਆ ਰਹੀ ਹੈ। ਇੱਕ ਵਾਰੀ ਸਾਡੇ 'ਤੇ ਬੈਠੇ ਬੀਬੀ ਦੇਹਰਾਦੂਨ ਵਾਲੇ, ਇਹਦੀ ਭੈਣ ਵੀ ਇੱਥੇ ਬੈਠੀ, ਕਈ ਸਾਲਾਂ ਦੀ ਗੱਲ, ਇੱਥੇ ਬੈਠੇ, ਮੈਂ ਇੱਥੇ ਤਾਬੇ ਬੈਠਾ, ਗੁਰੂ ਮਹਾਰਾਜ ਆ ਗਏ ਜੀ। ਉਹ ਨਾ ਦੇਹਰਾਦੂਨ ਬੀਬੀ ਦੇ ਕੋਲੋਂ ਦੀ ਲੰਘੇ ਨੇ, ਇਹ ਤਾਂ ਚੀਕਾਂ ਮਾਰਨ ਲੱਗ ਗਈ, ਝਾਲਣੇ ਹੋਈ ਝਾਲ ਨਹੀਂ ਚੱਲ, ਚੀਕਾਂ ਮਾਰ ਲਈ। ਛੋਟੀ ਨੂੰ ਫਿਕਰ ਪੈ ਗਿਆ ਵੀ ਕੀ ਹੋ ਗਿਆ ਮੇਰੀ ਭੈਣ ਨੂੰ, ਪਾਣੀ ਲੈਵਾਂ ਭੱਜ ਕੇ, ਮੈਂ ਨਹੀਂ ਕੁਛ ਨਹੀਂ ਲਿਆਉਣਾ, ਤੁਸੀਂ ਬੈਠੋ ਆਪੇ ਠੀਕ ਹੋ ਜਾਣਗੇ। ਹਾਂ, ਕਿਉਂ? ਐਡੀ ਰੂਹ ਕੋਲ ਆ ਗਈ ਹੈ, ਉਹਦੀਆਂ ਵੇਵਸ ਜਦੋਂ ਟਕਰਾਈਆਂ, ਉਹ ਸਾਡੇ ਤੋਂ ਝਾਲ ਹੀ ਨਹੀਂ ਚੱਲ ਹੋਈ, ਸਾਡੀ ਚੀਕ ਨਿਕਲ ਗਈ। ਹਾਂ, ਹੌਲੀ ਹੌਲੀ ਫਿਰ ਕੰਬੀ ਜਾਏਗਾ, ਕਿੰਨੀ ਦੇਰ ਸਰੀਰ ਕੰਬੀ ਜਾਏਗਾ। ਉਹ ਫਿਰ ਜੇ ਰੂਹ ਥੋੜ੍ਹੀ ਦੂਰ ਹੋਵੇਗੀ, ਫਿਰ ਸਾਡੀ ਜਾ ਕੇ ਕੰਬਣੀ ਹਟੇਗੀ। ਹੌਲੀ ਹੌਲੀ ਫਿਰ ਸਾਡੀ ਵੀ ਸਹਿਣ ਸ਼ਕਤੀ ਉਹਨਾਂ ਵੇਵਸ ਦੀ ਹੋ ਜਾਏਗੀ, ਹੌਲੀ ਹੌਲੀ ਫਿਰ ਅਸੀਂ ਨੋਰਮਲ ਹੋ ਜਾਵਾਂਗੇ। ਫਿਰ ਹੌਲੀ ਹੌਲੀ ਉਹ ਰੂਹ ਸਾਨੂੰ ਦਿਸਣ ਲੱਗ ਜਾਏਗੀ, ਹੌਲੀ ਹੌਲੀ ਫਿਰ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਜਾਏਗੀ। ਜਦੋਂ ਗੱਲਬਾਤ ਸ਼ੁਰੂ ਹੋ ਜਾਏ, ਸਮਝਾ ਹਾਂ ਹੁਣ ਗੱਲ ਬਣ ਗਈ। ਇਹ ਮੈਂ ਤੁਹਾਨੂੰ ਸਾਰੇ ਸਟੇਜ ਦੱਸਦੀ ਹੈ ਵੀ ਕਿਵੇਂ ਕਿਵੇਂ ਬੰਦਾ ਇਹਨਾਂ 'ਚ ਲੱਗ ਕੇ ਫਿਰ ਕਿਵੇਂ ਗੱਲਬਾਤ ਹੁੰਦੀ ਹੈ। ਸੋ ਇਸ ਲਈ ਲੱਗੇ ਰਹਿਣਾ। ਇਹ ਕੋਈ ਪਤਾ ਨਹੀਂ ਹੁੰਦਾ, ਜਿਹੜਾ ਪਿੱਛੋਂ ਲੱਗੇ ਉਹ ਅੱਗੇ ਲੰਘ ਸਕਦਾ, ਜਿਹੜਾ ਪਹਿਲਾਂ ਲੱਗਾ ਪਿੱਛੇ ਰਹਿ ਸਕਦਾ। ਇਹ ਨਹੀਂ ਗੱਲ, ਇਹ ਦਾਤੇ ਦੀ ਮਰਜ਼ੀ ਹੈ, ਇਹ ਉਹਦੀ ਮਰਜ਼ੀ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰਿਆਂ ਨੇ ਯਤਨ ਕੀਤਾ। ਦੇਖੋ ਪਤਾ ਨਹੀਂ 1100-1200 ਕੁਝ ਹਜ਼ਾਰ ਪੋਸਟਾਂ ਨਿਕਲੀਆਂ ਨੇ ਪੁਲਿਸ ਵਾਲਿਆਂ ਦੀਆਂ, ਲੱਖਾਂ ਲੋਕਾਂ ਨੇ ਅਪਲਾਈ ਕਰਤਾ, ਸਾਰੇ ਛਾਲਾਂ ਮਾਰ ਰਹੇ ਨੇ। ਕਰਤਾ ਕਰ, ਜਿਹਨੂੰ ਪਰਮਾਤਮਾ ਨੇ ਸਿਲੈਕਟ ਕਰਾਉਣਾ ਬਸ ਉਹਨੇ ਹੋਣਾ। ਯਤਨ ਸਾਰੇ ਕਰ ਰਹੇ ਨੇ, ਆਪਣੇ ਵੱਲੋਂ ਤਾਂ ਹਰ ਜ਼ੋਰ ਲਾ ਰਹੇ ਪਏ, ਸਾਰੇ ਕਰਨਾ ਤਾਂ ਉਹਨੇ ਹੈ ਨਾ, ਜਿਹਨੂੰ ਉਹਨੇ ਸਿਲੈਕਟ ਕਰਨਾ ਉਹਨੂੰ ਕਰ ਹੀ ਲੈਣਾ ਬਸ। ਇਸ ਲਈ ਅਸੀਂ ਲੱਗੇ ਹੀ ਰਹਿਣਾ। ਜੇ ਮਨ ਪਤਾ ਨਹੀਂ ਯਾਰ ਅਸੀਂ ਸਿਲੈਕਟ ਹੋਵਾਂਗੇ ਕਿ ਨਹੀਂ, ਫਿਰ ਤਾਂ ਅਸੀਂ ਛਾਲਾਂ ਹੀ ਨਹੀਂ ਮਾਰਾਂਗੇ। ਜੇ ਪਹਿਲੇ ਮਨ 'ਚ ਡਾਊਟ ਆ ਗਿਆ ਵੀ ਪਤਾ ਯਾਰ ਸਿਲੈਕਟ ਹੋਵਾਂਗੇ ਕਿ ਨਹੀਂ, ਅਸੀਂ ਚੱਜ ਨਾਲ ਛਾਲ ਪ੍ਰੈਕਟਿਸ ਹੀ ਨਹੀਂ ਕਰਾਂਗੇ। ਵਿਸ਼ਵਾਸ ਰੱਖਣਾ ਕਿ ਯਾਰ ਜੇ ਉਹਦੇ 'ਤੇ ਕਿਰਪਾ, ਮੈਂ ਕਿਹੜਾ ਰੱਬ ਦੇ ਮਾਂ ਮਾਰੇ ਨੇ, ਮੇਰੇ 'ਤੇ ਕਿਉਂ ਨਹੀਂ ਕਿਰਪਾ ਹੋਵੇਗੀ। ਲੱਗੇ ਰਹਿਣਾ। ਮੈਂ ਕਈ ਵਾਰ ਉਦਾਹਰਨ ਦਿੰਦਾ ਹੁੰਦਾ ਵੀ ਪਲੇਅਰ ਖੇਡ ਰਹੇ ਨੇ, 60 ਮਿੰਟ ਦਾ ਮੈਚ ਹੈ, ਟਾਈਮ 60 ਮਿੰਟ, ਕਿਸੇ ਤੋਂ ਗੋਲ ਨਹੀਂ ਹੋਇਆ। 59 ਮਿੰਟ ਅਤੇ 59 ਸੈਕਿੰਡ ਹੋ ਗਏ ਨੇ, ਇੱਕ ਟੀਮ ਨੇ ਗੋਲ ਕਰਤਾ। ਰੈਫਰੀ ਨੇ ਲੰਬੀ ਵਿਸਲ ਮਾਰਤੀ ਵੀ ਟਾਈਮ ਓਵਰ ਹੋ ਗਿਆ। ਲੋ ਜੀ ਅਖੀਰਲੇ ਸੈਕਿੰਡ 'ਚ ਜਾ ਕੇ ਗੋਲ ਹੋ ਗਿਆ। ਪਹਿਲਾਂ 59 ਮਿੰਟ ਅਤੇ 59 ਸੈਕਿੰਡਾਂ 'ਚ ਗੋਲ ਨਹੀਂ ਹੋਇਆ। ਕੀ ਪਤਾ ਜਦੋਂ ਸਾਡਾ ਅੰਤਲਾ ਸਮਾਂ ਆਵੇ ਉਹਦੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਅਸੀਂ ਪਹਿਲੇ ਹੌਸਲਾ ਛੱਡ ਜਾਈਏ। ਹੌਸਲਾ ਨਹੀਂ ਛੱਡਣਾ, ਲੱਗੇ ਰਹਿਣਾ। ਜਦੋਂ ਲੱਗੇ ਰਹਿੰਦਾ ਕੁਛ ਨਾ ਕੁਛ ਤਾਂ ਲੈ ਡਿੱਗਦਾ। ਕਿਉਂਕਿ ਕਿੱਡੀ ਵੱਡੀ ਤਸੱਲੀ, ਇੱਕ ਤਿਲ ਨਹੀਂ ਭੰਨੇ ਗੱਲ ਹੈ। ਜਿੰਨੀ ਤੁਸੀਂ ਮਿਹਨਤ ਕਰੋ ਪਰਮਾਤਮਾ ਵਿਅਰਥ ਨਹੀਂ ਜਾਣਦੇ, ਉਹਦੀ ਕੀਮਤ ਪਾਏਗਾ ਉਸ ਦੀ। ਚਲੋ ਨਹੀਂ ਮਿਲਿਆ, ਹੋਰ ਬੜਾ ਕੁਛ ਮਿਲ ਜਾਏਗਾ। ਨਾਮ ਜਪਣ ਨਾਲ ਠੀਕ ਹੈ, ਸਾਡਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ, ਪਰ ਨਾਮ ਜਪਣ ਦੇ ਕਿਤਨੇ ਲਾਭ ਨੇ ਦੇਖੋ, ਹੁਣੇ ਹੀ ਆਪਾਂ ਪੜ੍ਹ ਕੇ ਉਹ ਤਾਂ ਮਿਲ ਹੀ ਜਾਣਗੇ ਨਾ, ਉਹ ਤਾਂ ਮਿਲ ਜਾਣਗੇ। ਇਸ ਲੱਗੇ ਰਹਿਣਾ, ਵਿਅਰਥ ਨਹੀਂ ਜਾਏਗਾ ਤੁਹਾਡੀ ਮਿਹਨਤ। ਇਹ ਧਰਮ 'ਤੇ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਬੇਮੁਹਤਾਜ ਪੂਰਾ ਪਾਤਸ਼ਾਹ, ਪ੍ਰਭ ਸੇਵਕ ਸਾਚਾ ਵੇਸਾ। ਪਰਮਾਤਮਾ ਬੇਮੁਹਤਾਜ, ਔਰ ਕਿਸੇ ਦੀ ਮੁਹਤਾਜੀ ਨਹੀਂ ਹੈ, ਕਿਸੇ ਦਾ ਨਿਰਭਰ ਨਹੀਂ ਹੈ। ਉਹ ਤਾਂ ਪੂਰਨ ਹੈ, ਉਹ ਤਾਂ ਪਾਤਸ਼ਾਹ ਹੈ। ਜਿਹੜਾ ਪਰਮਾਤਮਾ ਦਾ ਸੇਵਕ ਹੁੰਦਾ ਹੈ ਵਿਸਾ, ਉਹਨੂੰ ਪਰਮਾਤਮਾ 'ਤੇ ਪੂਰਾ ਵਿਸ਼ਵਾਸ ਹੁੰਦਾ ਹੈ, ਉਹਨੂੰ ਕੋਈ ਡਾਊਟ ਨਹੀਂ ਪਰਮਾਤਮਾ ਦਿੰਦਾ। ਗੁਰ ਪੂਰੈ ਰਾਖੇ ਦੇ ਹਾਥ, ਨਾਨਕ ਪਾਰ ਬ੍ਰਹਮ ਸਮਰਾਥ। ਜਿਹੜੇ ਗੁਰੂ ਦੇ ਰਾਹੀਂ ਪਰਮਾਤਮਾ ਫਿਰ ਹੱਥ ਦੇ ਕੇ ਰੱਖਦਾ ਬੰਦੇ ਦੇ,
क्योंकि परमात्मा सम्राट है, समर्थ है, वो पार ब्रह्म है, वो समर्थ है, तो गुरु दे राही साड़ी हर प्रकार की परमात्मा रखिया करता है। इसलिए भाई जिन्ना समा मिले अपना इस पासे लाना है, अपने अपने जीवन में सफल करना। सत्कारयोग साथ समा हो गया। वाहिगुरु जी का खालसा, वाहिगुरु जी की फतेह। एक बेनती है जी, शुक्रवार अज की वार हो गया, बुधवार, परसों नूं अखंड पाठ शुरू होने हैं। संत ईश्वर सिंह जी महाराज राड़ा साहब वाले ਅਤੇ संत बाबा आनंद सिंह जी कलेरा वाले, उन्हों की आप बरसियां मना रहे हैं। उस संबंध में अखंड पाठ हो रहे हैं। अपनी अपनी ड्यूटियां याद रखनी है, वेले सिर पहुँचने की कृपालता करनी है। वाहिगुरू जी का खालसा, वाहिगुरू जी की